ਜਾਂਦੇ ਹੁੰਦੇ ਸੀ ਨਾ ਵੀ ਲਾਮ ਤੇ ਗਿਆ ਬੰਦਾ ਬਾਹਰ ਗਿਆ ਤੇ ਇਹੀ ਹੁੰਦਾ ਸੀ ਵੀ ਖੱਟਣ ਗਿਆ ਸੀ ਕੀ ਖੱਟ ਕੇ ਲਿਆਂਦਾ। ਤੇ ਸਾਡੇ ਇੰਡੀਆ ਨੇ ਤੇ ਪ੍ਰਧਾਨ ਮੰਤਰੀ ਮੋਦੀ ਨੇ ਉਹਨਾਂ ਨੇ ਕੀ ਖੱਟਿਆ ਇਸ ਚੋਂ। ਇੱਕ ਇੰਟਰਨੈਸ਼ਨਲ ਇਮੇਜ ਵੀ ਬਿਲਡ ਹੁੰਦੀ ਹੈ ਸਾਡੀ ਕਿ ਭਾਰਤ ਕਿੱਥੇ ਖੜਾ ਹੈ। ਉਹਦੇ ਵਿੱਚ ਭਾਰਤ ਸਕਸੈਸਫੁਲ ਜ਼ਰੂਰ ਹੋਇਆ। 29 ਮੁਲਕਾਂ ਦੇ ਹੈਡਸ ਨੇ ਆਣਾ, ਉਹਨਾਂ ਦੇ ਨਾਲ ਟੀਮਸ ਨੇ ਆਣਾ ਔਰ ਤੁਹਾਡੇ ਮੁਲਕ ਵਿੱਚ ਸ਼ਹਿਰ ਚ ਆਉਣਾ। ਉਹਦੇ ਵਿੱਚ ਕਿੰਨੇ ਪ੍ਰਬੰਧ ਤੁਸੀਂ ਸਮਝ ਸਕਦੇ ਹੋ। ਜਿਹੜਾ ਕੋਰੀਡੋਰ ਅਨਾਉਂਸ ਹੋਇਆ ਮਿਡਲ ਈਸਟ ਨੂੰ, ਸ਼ਿਪਿੰਗ ਤੇ ਰੇਲ ਕੋਰੀਡੋਰ, ਤੇ ਮੇਰੇ ਮਨ ਸਵਾਲ ਵੀ ਰੇਲ ਕਿੱਥੋਂ ਬਣੇਗਾ। ਇੱਕ ਤਾਂ ਰੇਲ ਜਿਹੜਾ ਉਹ ਕਿੱਥੋਂ ਲਿੰਕ ਹੋਏਗਾ ਇੰਡੀਆ ਨਾਲ। ਇੱਕ ਚਾਈਨਾ ਨੂੰ ਜਵਾਬ ਵੀ ਹੈ। ਚਾਈਨਾ ਜਿਹੜਾ ਵਨ ਰੋਡ ਵਨ ਮੈਪ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਉਹਦੇ ਪੈਰਲਲ ਕੀ ਬਣਾਇਆ ਜਾ ਸਕਦਾ ਤੇ ਉਹਦੇ ਉੱਤੇ ਪ੍ਰਪੋਜ਼ਲ ਹੈ। ਟਾਈਮ ਲੱਗੇਗਾ। ਗੇਟ ਖੁੱਲਦਾ ਔਰ ਪਾਕਿਸਤਾਨ ਟ੍ਰਾਂਜ਼ਿਟ ਰੂਟ ਦਿੰਦਾ ਤਾਂ ਮੈਨੂੰ ਲੱਗਦਾ ਕਿ ਪੰਜਾਬ would have been the one of the richest state of the country। ਇੱਕ ਇਹਦੀ ਚਰਚਾ ਹੋਈ ਕੈਨੇਡਾ ਦੀ ਬਹੁਤ। ਉਹ ਕਹਿੰਦੇ ਕਿ ਕੁਝ ਹਾਂ ਕਿ ਅਗਰ ਕੋਈ ਵਾਇਲੈਂਸ ਕਰਦਾ ਤੇ ਅਸੀਂ ਉਹ ਇਜਾਜ਼ਤ ਨਹੀਂ ਦੇਵਾਂਗੇ। ਸਵਾਗਤ ਹੈ ਜੀ। ਪਿਛਲੇ ਦਿਨਾਂ 'ਚ ਬਹੁਤ ਹੀ ਵੱਡੀ ਵਰਲਡ ਇਵੈਂਟ ਜਿਹੜੀ ਕਿ ਸੰਸਾਰ ਪੱਧਰੀ ਇਵੈਂਟ ਹੋਈ ਹੈ ਭਾਰਤ ਦੇ ਵਿੱਚ, ਇੰਡੀਆ ਦੇ ਵਿੱਚ, ਉਹਦੀ ਕਈ ਪੱਖਾਂ ਤੋਂ ਚਰਚਾ ਹੋ ਰਹੀ ਹੈ ਤੇ ਕਈ ਥਾਵਾਂ ਤੇ ਨੁਕਤਾਚੀਨੀ ਵੀ ਹੋ ਰਹੀ ਹੈ, ਪ੍ਰਾਪਤੀਆਂ ਦਾ ਜ਼ਿਕਰ ਵੀ ਹੋ ਰਿਹਾ ਹੈ, ਕਈ ਵਿਵਾਦ ਵੀ ਜੁੜੇ ਨੇ ਉਹਦੇ G20 ਨਾਲ। ਤੇ ਸਾਡੇ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਵਿਚਾਰੇ ਅਜੇ ਤੱਕ ਫਸੇ ਬੈਠੇ ਨੇ, ਇੱਥੇ ਆਏ ਸੀ ਉਹ। ਤੇ ਇਹਦਾ ਸਵਾਲ ਇਹ ਨੇ ਕਿ ਇਸ ਚੋਂ ਕਿਸ ਨੇ ਕੀ ਖੱਟਿਆ। ਇਹ ਜ਼ਰੂਰ ਚਰਚਾ ਹੋ ਰਹੀ ਹੈ ਕਿਉਂਕਿ ਪਹਿਲਾਂ ਜਦੋਂ ਹੋ ਰਹੀ ਸੀ ਜਾਂ ਹੋਣ ਵਾਲੀ ਸੀ ਉਦੋਂ ਇਹ ਸੀਗਾ ਕਿ ਕੀ ਇਹ ਹੋ ਜਾਏਗੀ ਠੀਕ ਠਾਕ ਢੰਗ ਨਾਲ ਜਾਂ ਨਿਰਵਿਘਨ ਹੋ ਜਾਏਗੀ। ਉਹ ਤਾਂ ਵਕਤ ਲੰਘ ਗਿਆ, ਨਿਰਵਿਘਨ ਹੋ ਗਈ, ਬਹੁਤ ਅੱਛੀ ਗੱਲ ਹੈ। ਸਾਨੂੰ ਵੀ ਸੰਤੁਸ਼ਟੀ ਹੈ, ਸਾਡੇ ਐਜ਼ ਇੰਡੀਅਨ, ਐਜ਼ ਭਾਰਤੀ ਸਾਨੂੰ ਸੰਤੁਸ਼ਟੀ ਹੈ ਇਸ ਗੱਲ ਤੇ ਕਿ ਸਾਡੇ ਮੁਲਕ 'ਚ ਇਸ ਤਰ੍ਹਾਂ ਦੀ ਇਵੈਂਟ ਬਿਨਾਂ ਕਿਸੇ ਰੁਕਾਵਟ ਦੇ, ਬਿਨਾਂ ਕਿਸੇ ਉੱਤੇ ਹੋ ਗਈ। ਇਹਦੇ 'ਚ ਜਿਹੜੀ ਸਰਕਾਰ ਹੈ ਸਾਡੀ, ਉਹ ਉਸ ਦਾ ਵੀ, ਉਸ ਨੂੰ ਇਹ ਕਹਿ ਲਓ ਕਿ ਉਹਦਾ ਕ੍ਰੈਡਿਟ ਜਾਂਦਾ, ਸਿਹਰਾ ਜਾਂਦਾ, ਇਸ 'ਚ ਕੋਈ ਸ਼ੱਕ ਨਹੀਂ ਹੈ। ਪਰ ਹੁਣ ਅਗਲੀ ਗੱਲ ਹੈ ਵੀ ਇਹਦੇ 'ਚੋਂ ਨਤੀਜੇ ਕੀ ਨਿਕਲੇ, ਇਹਦੇ ਖੱਟਿਆ ਕੀ। ਬਹੁਤ ਸਾਰੇ ਪੱਖ ਨੇ ਪਰ ਕੁਝ ਪੱਖਾਂ 'ਤੇ ਅਸੀਂ ਇਹ 'ਚੋਂ ਗੱਲ ਕਰਾਂਗੇ। ਮੇਰੇ ਨਾਲ ਨੇ ਰਵਿੰਦਰ ਸਿੰਘ ਰੋਬਨ, ਜਿਹੜੇ ਕਿ ਇੰਟਰਨੈਸ਼ਨਲ ਮਾਮਲਿਆਂ ਦੇ ਮਾਹਰ ਜਰਨਲਿਸਟ ਨੇ। G20 ਦੀਆਂ ਮੇਰੇ ਖਿਆਲ ਜਿੰਨੀਆਂ ਪਿਛਲੇ 2 ਸਾਲਾਂ 'ਚ ਹੋਈਆਂ, ਇੰਡੀਆ ਤੋਂ ਬਾਹਰ ਵੀ ਹੋਈ ਸੀ, ਉੱਥੇ ਵੀ ਇਹ ਕਵਰ ਕੀਤਾ ਇਹਨਾਂ ਨੇ, ਅੰਮ੍ਰਿਤਸਰ ਵੀ ਕਵਰ ਕੀਤੀ ਸੀ। ਤੇ ਹੁਣ ਜਿਹੜੀ G20 ਹੈਗੀ ਉਹਦੇ 'ਚ ਇਹਨਾਂ ਨੇ ਪੂਰਾ ਕਵਰੇਜ ਪੱਖੋਂ ਐਜ਼ ਏ ਸੀਨੀਅਰ ਇੰਟਰਨੈਸ਼ਨਲ ਜਰਨਲਿਸਟ ਕਵਰ ਕੀਤਾ, ਉਸਨੂੰ ਗਏ ਨੇ ਉੱਤੇ। ਤੇ ਵੈਸੇ ਵੀ ਇੰਟਰਨੈਸ਼ਨਲ ਮਾਮਲਿਆਂ ਦੇ ਮਾਹਰ ਹੋਣ ਕਰਕੇ, ਕਿਉਂਕਿ ਇਹਨਾਂ ਦਾ ਫੋਕਸ ਇੰਟਰਨੈਸ਼ਨਲ ਇਸ਼ੂਜ਼ ਤੇ ਹੈ, ਸੋ ਇਸ ਕਰਕੇ ਇਹਨਾਂ ਦੀ ਜਿਹੜੀ ਆਬਜ਼ਰਵੇਸ਼ਨ ਹੈ, ਇਹਨਾਂ ਦੀ ਅਸੈਸਮੈਂਟ ਹੈ ਜਾਂ ਇਹਨਾਂ ਦੀ ਟਿੱਪਣੀ ਸਾਡੇ ਵਾਸਤੇ ਮਾਇਨੇ ਰੱਖਦੀ ਹੈ। ਤੇ ਸਾਨੂੰ ਇਸ ਗੱਲ ਦੀ ਇਹ ਵੀ ਖੁਸ਼ੀ ਹੈ ਕਿ ਪੰਜਾਬ ਬੇਸਡ ਨੇ, ਪੰਜਾਬੀ ਨੇ, ਸਾਡੇ ਅੰਮ੍ਰਿਤਸਰ ਬੇਸਡ ਨੇ, ਤੇ ਜੋ ਇਹ ਗੱਲ ਕਰਨਗੇ ਉਹਦੇ 'ਚ ਸਾਡਾ ਉਹ ਦ੍ਰਿਸ਼ਟੀਕੋਣ ਜਿਹੜਾ ਸਾਡੇ ਰੀਜਨ ਵਾਸਤੇ ਇੰਪੋਰਟੈਂਟ ਹੈ, ਸਾਡੇ ਪੰਜਾਬ ਵਾਸਤੇ, ਉਹ ਵੀ ਨਾਲ ਜੁੜਿਆ ਹੁੰਦਾ ਹੈ ਕੁਦਰਤੀ ਤੌਰ ਤੇ। ਰੋਬਨ ਜੀ ਸਵਾਗਤ ਹੈ। ਬਹੁਤ ਬਹੁਤ ਧੰਨਵਾਦ। ਉਹ ਪੰਜਾਬੀ 'ਚ ਅਸੀਂ ਤਾਂ ਜਦੋਂ ਕੋਈ ਆਪਣੇ ਜਾਂਦੇ ਹੁੰਦੇ ਸੀ ਨਾ ਵੀ ਲਾਮ ਤੇ ਗਿਆ ਬੰਦਾ ਬਾਹਰ ਗਿਆ ਤੇ ਇਹੀ ਹੁੰਦਾ ਸੀ ਵੀ ਖੱਟਣ ਗਿਆ ਸੀ ਕੀ ਖੱਟ ਕੇ ਲਿਆਂਦਾ। ਤੇ ਹੁਣ ਤੁਸੀਂ ਗਏ ਸੀ ਦਿੱਲੀ, G20 ਦੇ ਗਏ ਸੀ, ਤੇ ਉਹਦੇ 'ਚ ਸਵਾਲ 3-4 ਨੇ ਜੁੜੇ ਵੀ ਕੀ ਖੱਟਿਆ। ਇੱਕ ਤਾਂ ਤੁਸੀਂ ਕੀ ਖੱਟਿਆ, ਤੁਸੀਂ ਉੱਥੋਂ ਕੀ ਲੈ ਕੇ ਆਏ ਹੋ, ਕੀ ਆਬਜ਼ਰਵ ਕੀਤਾ। ਇੱਕ ਤਾਂ ਇਹ ਹੈ ਤੁਹਾਡੀ ਆਪਣੀ ਆਬਜ਼ਰਵੇਸ਼ਨ ਤੇ ਤੁਸੀਂ ਕੀ ਦੇਖਿਆ ਉੱਥੇ, ਕੀ ਦੇਖ ਰਿਹਾ, ਕਿਉਂਕਿ ਜਿਹੜੇ ਪੋਲੀਟੀਸ਼ੀਅਨਾਂ ਨਾਲੋਂ ਪੱਤਰਕਾਰ ਦੀ ਨਜ਼ਰ ਵੱਖਰੀ ਹੁੰਦੀ ਹੈ। ਦੂਜਾ ਹੈਗਾ ਵੀ ਸਾਡੇ ਮੁਲਕ ਨੇ, ਸਾਡੇ ਇੰਡੀਆ ਨੇ ਤੇ ਪ੍ਰਧਾਨ ਮੰਤਰੀ ਮੋਦੀ ਨੇ, ਉਹਨਾਂ ਨੇ ਕੀ ਖੱਟਿਆ ਇਸ ਚੋਂ। ਜਾਂ ਖੱਟਿਆ ਦਾ ਮਤਲਬ ਲਿਟਰਲ ਵਰਡ 'ਚ ਨਹੀਂ ਮੈਂ ਕਹਿੰਦਾ, ਵੀ ਉਹਨਾਂ ਦੇ ਇਸ ਗੱਲ 'ਚ ਪ੍ਰਾਪਤੀਆਂ ਕੀ ਹੋਈਆਂ। ਤੇ ਤੀਜਾ ਹੈਗਾ ਕਿ ਜਿਹੜੇ ਆਏ ਸੀ ਉਹ ਕੀ ਲੈ ਕੇ ਗਏ ਆ। ਚੌਥਾ ਇਹ ਹੈਗਾ ਜੇ ਕਿ ਜਿਹੜੀ G20 ਦਾ ਆਪਣਾ ਇਸ ਫੋਰਮ ਦਾ ਮਕਸਦ ਸੀ ਉਹ ਕਿੰਨਾ ਕੁ ਪੂਰਾ ਹੋਇਆ, ਉਹਦੇ ਕੀ। ਸੋ ਇਹ 3-4 ਸਵਾਲ ਹੈਗੇ ਨੇ।
ਜਿਹਦਾ, ਤੇ ਉਹਦੇ 'ਚ ਇੱਕ ਸਵਾਲ ਇਹ ਵੀ ਕਿ ਪੰਜਾਬ ਨਾਲ ਜਾਂ ਇਸ ਰੀਜਨ ਨਾਲ ਵੀ ਕੋਈ ਇਹਦੀ ਰੈਲੇਵੈਂਸ ਹੈਗੀ, ਇਹਦੇ ਆਊਟਕਮ ਦੀ ਕੋਈ ਇਹਦੇ ਨਾਲ ਸੰਬੰਧ ਬਣਦਾ, ਇਹਦੇ ਜਿਹੜੇ ਨਤੀਜੇ ਨਿਕਲਣ ਜਾਂ ਜੋ ਕੋਈ ਡਿਸਕਸ ਹੋਇਆ, ਉਹ ਵੀ ਸਾਡਾ। ਸੋ ਪਹਿਲਾਂ ਸ਼ੁਰੂਆਤ ਇੱਥੋਂ ਕਰਦੇ ਵੀ ਤੁਹਾਨੂੰ ਕਿਵੇਂ ਲੱਗਿਆ ਉੱਥੇ ਅਟੈਂਡ ਕਰਕੇ, ਕਿਵੇਂ ਮਹਿਸੂਸ ਕੀਤਾ ਤੁਸੀਂ? ਬਲਜੀਤ ਜੀ, ਪਹਿਲੀ ਗੱਲ ਤਾਂ ਬਹੁਤ ਬਹੁਤ ਧੰਨਵਾਦ, ਤੁਸੀਂ ਯਾਦ ਕਰਦੇ ਰਹਿੰਦੇ ਹੋ। ਔਰ ਤੁਹਾਡੀ ਗੱਲਾਂ 'ਚੋਂ ਪਹਿਲੇ ਜਿਹੜੇ 4 ਸਵਾਲ ਸੀਗੇ, ਪਹਿਲਾ ਸਵਾਲ ਸੀਗਾ ਕਿ ਮੈਂ ਉੱਥੇ ਕੀ ਖੱਟਿਆ, ਦੂਜਾ ਸੀਗਾ ਕਿ ਮੈਂ ਵਾਰੀ ਸਿਰ ਜਵਾਬ ਦੇਣ ਦੀ ਕੋਸ਼ਿਸ਼ ਕਰਦਾ। ਸੋ ਇੱਕ ਬੀਇੰਗ ਅ ਜਰਨਲਿਸਟ ਔਰ ਤੁਸੀਂ ਸਮਝਦੇ ਹੋ ਕਿ ਇੱਕ ਪੱਤਰਕਾਰ ਦੇ ਤੌਰ 'ਤੇ ਗੱਲ ਚੰਗੀ ਹੋਵੇ ਜਾਂ ਮਾੜੀ ਹੋਵੇ, ਅਸੀਂ ਰਿਪੋਰਟ ਕਰਨਾ। ਮੈਂ ਇੱਕ ਰਿਪੋਰਟਰ ਹਾਂ, ਉਹਦੇ ਵਿੱਚ ਮੇਰਾ ਓਪੀਨੀਅਨ ਬੇਸ ਨਹੀਂ ਕੁਛ ਹੁੰਦਾ। ਇੱਕ ਰਿਪੋਰਟਰ ਦਾ ਐਵੇਂ ਹੀ ਹੋਣਾ ਚਾਹੀਦਾ। ਤੇ ਮਨ 'ਚ ਖੁਸ਼ੀ ਹੈ ਕਿ ਕੁਝ ਇਹੋ ਜਿਹੀ ਨੌਬਤ ਨਹੀਂ ਆਉਣ ਪਈ ਕਿ ਇੱਕ ਰਿਪੋਰਟਰ ਦੇ ਤੌਰ 'ਤੇ ਮੈਨੂੰ ਕੁਛ ਇਹੋ ਜਿਹਾ ਕੁਛ ਹੈਪਨਿੰਗ ਹੋ ਜਾਵੇ ਜਿਹੜੀ ਉਹ ਲਿਖਣੀ ਪੈ ਜਾਵੇ, ਉਸ ਚੀਜ਼ ਤੋਂ ਬਚਾ ਰਿਹਾ। ਇੱਕ ਇਹ ਖੱਟਿਆ ਕਿ ਜਿਹੜੀ ਰਿਪੋਰਟਿੰਗ ਕਰਨ ਗਏ ਸੀ, ਉਹ ਰਿਪੋਰਟਿੰਗ ਸਾਰੀ ਪੋਜ਼ੀਟਿਵ ਸੈਂਸ 'ਚ ਹੋਈ, ਕੁਛ ਨੈਗੇਟਿਵ ਉੱਤੇ ਗੱਲ ਹੋਈ ਹੀ ਨਹੀਂ ਹੈ। ਜੇ ਹੋਈ ਹੁੰਦੀ ਤੇ ਲਿਖਣੀ ਤੇ ਉਹ ਵੀ ਪੈਣੀ ਸੀਗੀ, ਤੇ ਲਿਖਦੇ ਵੀ, ਪਰ ਬਾਅਦ ਵਿੱਚ ਥੋੜ੍ਹੀ ਐਜ਼ ਐਨ ਇੰਡੀਅਨ ਥੋੜ੍ਹਾ ਜਿਹਾ ਮਨ ਵਿੱਚ ਹੁੰਦਾ ਵੀ ਹੈ ਕਿ ਇੱਕ ਵਿਆਹ ਧਰਿਆ ਸੀ ਔਰ ਇੰਨਾ ਵੱਡਾ ਪ੍ਰੋਗਰਾਮ ਰੱਖਿਆ, ਔਰ ਉਹਦੇ ਵਿੱਚ ਕਿੱਥੇ ਕੋਈ ਕਮੀ ਰਹਿ ਜੇ ਤੇ ਥੋੜ੍ਹੀ ਜਿਹੀ ਚੁੱਭਦੀ ਹੈ। ਪਰ ਪਰਮਾਤਮਾ ਵੱਲੋਂ ਔਰ ਸਾਰੀ ਦੀ ਐਫਰਟਸ, ਤੁਸੀਂ ਵੇਖੋ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੀ, ਹੋਮ ਅਫੇਅਰਸ ਦੀ, PMO ਦੀ, ਪਤਾ ਨਹੀਂ ਕਿੰਨੇ ਡਿਪਾਰਟਮੈਂਟਸ ਇਹਦੇ ਵਿੱਚ ਲੱਗੇ, ਪਰ ਜ਼ਿਆਦਾ ਸਟੇਕ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦਾ ਹੁੰਦਾ ਹੈ। ਤੇ ਉਹ ਉਹਨਾਂ ਨੇ ਨੇਪਰੇ ਚਾੜਿਆ, ਬਹੁਤ ਮਿਹਨਤ ਕੀਤੀ ਸਾਰਿਆਂ ਨੇ। ਅਗਰ ਮੈਂ ਕੰਪੇਅਰ ਕਰਾਂ ਕਿ ਪਿਛਲੀਆਂ ਜੀ ਸਮਿਟ ਜਿਹੜੀਆਂ ਸੀਗੀਆਂ, ਬਹੁਤ ਸਾਰੀਆਂ ਮੈਂ ਜਿਹਨਾਂ ਵਿੱਚੋਂ ਗਿਆ, ਉਹਨਾਂ ਵਿੱਚੋਂ ਅਗਰ ਬਿਲਕੁਲ ਰੀਸੈਂਟਲੀ ਜਿਹੜੀ ਮੈਂ ਇੰਡੋਨੇਸ਼ੀਆ 'ਚ ਕਰਕੇ ਆਇਆ ਸੀ, ਬਾਲੀ ਵਿੱਚ, ਹਾਂਜੀ, ਉਹਦੇ ਵਿੱਚ ਜੇ ਕੰਪੇਅਰ ਕੀਤਾ ਜਾਏ ਤੇ ਇੱਥੇ ਦੀ ਇੰਟਰਨੈਸ਼ਨਲੀ ਉਸ ਨੂੰ ਇੱਕ ਕੌਮਾਂਤਰੀ ਪੱਧਰ ਤੇ ਜਿਸ ਤਰੀਕੇ ਨਾਲ ਉਹਨੂੰ ਦਰਸਾਇਆ ਗਿਆ ਔਰ ਕੀਤਾ ਗਿਆ, ਉਹ ਅਨਮੈਚੇਬਲ ਸੀਗਾ, ਬਹੁਤ ਹੀ ਵਧੀਆ ਤਰੀਕੇ ਨਾਲ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਦੂਸਰੀ ਗੱਲ ਤੁਸੀਂ ਪੁੱਛੀ ਕਿ ਭਾਰਤ ਨੂੰ, ਦੇਖੋ ਸਾਡੇ ਮੁਲਕ ਵਾਸਤੇ ਤਾਂ ਮਾਣ ਵਾਲੀ ਗੱਲ ਹੈ, ਬਿਲਕੁਲ ਹਰ ਬਸ਼ਿੰਦੇ ਲਈ ਮਾਣ ਵਾਲੀ ਗੱਲ ਹੁੰਦੀ ਹੈ। ਦੂਸਰੀ ਗੱਲ ਕੀ ਸੀਗੀ ਕਿ ਇੰਡੀਆ ਨੇ ਕੀ ਖੱਟਿਆ ਜਾਂ ਇੰਡੀਆ ਨੇ ਕੀ ਕੀਤਾ। ਭਾਰਤ ਵਾਸਤੇ ਇੱਕ ਚੈਲੰਜ ਸੀਗਾ, ਔਰ ਖਾਸ ਤੌਰ ਤੇ ਅੱਜ ਦੇ ਦੌਰ ਵਿੱਚ ਬਹੁਤ ਵੱਡਾ ਚੈਲੰਜ ਸੀਗਾ। 1999 ਦੇ ਨੇੜੇ ਜਦੋਂ G20 ਦੀ ਇੱਕ ਸੰਸਥਾ ਬਣੀ ਸੀ ਕਿ ਪੂਰੀ ਦੁਨੀਆ 'ਚ ਉਸ ਵੇਲੇ ਇੱਕ ਘਾਟੇ ਵਿੱਚ ਚੱਲ ਰਹੀ ਸੀ, ਉਸ ਨੂੰ ਡੈਫਿਸਿਟ ਪੂਰੀ ਦੁਨੀਆ ਵਿੱਚ ਸੀਗਾ, ਇੱਕ ਸਟ੍ਰੈਸ ਚੱਲ ਰਿਹਾ ਸੀਗਾ। ਉਸ ਸਟ੍ਰੈਸ ਤੋਂ ਕੱਢਣ ਵਾਸਤੇ ਜਿਹੜੇ ਮੁਲਕ ਬਹੁਤ ਕਰਜ਼ਾਈ ਹੋ ਗਏ ਸੀ, ਛੋਟੇ ਮੁਲਕ ਖਾਸ ਤੌਰ ਤੇ, ਉਹਨਾਂ ਨੂੰ ਉਹ ਕਰਜ਼ੇ ਚੋਂ ਬਾਹਰ ਕੱਢਣਾ ਸੀਗਾ। ਇਹ ਮੁੱਖ ਮੰਤਵ ਸੀਗਾ, ਇਕਨੋਮਿਕ ਆਰਥਿਕ ਤੌਰ ਤੇ ਮੁਲਕਾਂ ਨੂੰ ਹੈਲਪ ਕਰਨਾ ਤੇ ਉਹਨਾਂ ਨੂੰ ਕੱਢਣਾ ਸੀਗਾ। ਦੂਸਰਾ, ਉਸ ਤੋਂ ਬਾਅਦ ਗ੍ਰੈਜੂਅਲੀ ਕੀ ਹੋਇਆ ਕਿ ਇਹਦੇ ਵਿੱਚ ਹੋਰ ਇਸ਼ੂਜ਼, ਕਿਉਂਕਿ ਮੁਲਕਾਂ ਦੇ ਹੈੱਡ ਜਦੋਂ ਜੁੜਦੇ ਨੇ ਤੇ ਇਸ਼ੂਜ਼ ਵੀ ਜੁੜਦੇ ਨੇ, ਤੇ ਉਹ ਇਸ਼ੂਜ਼ ਹੋਰ ਜੁੜਨੇ ਸ਼ੁਰੂ ਹੋ ਗਏ। ਉਹਦੇ ਵਿੱਚ ਐਗਰੀਕਲਚਰ ਵੀ ਹੋ ਗਿਆ, ਉਹਦੇ ਵਿੱਚ ਐਨਰਜੀ ਵੀ ਹੋ ਗਈ, ਟੂਰਿਜ਼ਮ ਵੀ ਹੋ ਗਿਆ, ਕਲਚਰ ਵੀ ਹੋ ਗਿਆ, ਹਰ ਤਰ੍ਹਾਂ ਕਲਾਈਮੇਟ ਚੇਂਜ ਦੇ ਉੱਤੇ ਹੋ ਗਿਆ। ਜਿਸ ਤਰ੍ਹਾਂ ਦੀਆਂ ਪ੍ਰੋਬਲਮ ਆਉਂਦੀਆਂ ਰਹੀਆਂ, ਐਡ ਆਨ ਹੁੰਦੇ ਰਹੀਆਂ। COVID-19 ਤੋਂ ਬਾਅਦ ਇਹਦੀ ਮੁਸ਼ਕਲਾਂ ਵਿੱਚ ਹੋਰ ਜ਼ਿਆਦਾ ਇਜ਼ਾਫਾ ਹੋਇਆ। ਲੋਕੀ ਹੋਰ ਕੰਟਰੀਜ਼ ਜਿਹੜੀਆਂ ਉਹ ਹੋਰ ਆਰਥਿਕ ਤੌਰ ਤੇ ਕਮਜ਼ੋਰ ਹੋਈਆਂ। ਕੋਵਿਡ ਵਰਗੀਆਂ ਮੁਸ਼ਕਲਾਤਾਂ ਨਾਲ ਅੱਗੇ ਤੋਂ ਦੁਨੀਆ, ਕਿਉਂਕਿ ਇਹ ਬਿਲਕੁਲ ਅਨਪ੍ਰੈਸਿਡੈਂਟ, ਬੜਾ ਅਜੀਬ ਜਿਹਾ ਮਾਹੌਲ ਪੂਰੀ ਦੁਨੀਆ 'ਚ ਬਣ ਗਿਆ ਸੀਗਾ। ਨਵੇਂ ਚੈਲੰਜ ਹੁਣ ਉਹਦੇ ਉੱਤੇ ਡਿਸਕਸ਼ਨ ਕਰਨੀ, ਤੇ ਹੁਣ ਲੇਟੈਸਟ ਜਿਹੜੀ ਪਿਛਲੇ 1 ਸਾਲ ਤੋਂ ਚੱਲ ਰਹੀ ਹੈ, ਯੂਕਰੇਨ ਰਸ਼ੀਆ ਵਾਰ, ਉਹ ਇੱਕ ਸਭ ਤੋਂ ਵੱਡਾ ਚੈਲੰਜ ਇੰਡੀਆ ਲਈ ਵੀ ਬਣ ਗਿਆ ਸੀ। ਬਾਲੀ ਸਮਿਟ ਵਿੱਚ, ਬਾਲੀ ਜੀ, ਮੈਨੂੰ ਯਾਦ ਹੈ ਕਿ ਰਾਸ਼ਟਰਪਤੀ ਪੁਤਿਨ ਨੇ ਮਨਾ ਕਰ ਦਿੱਤਾ ਸੀ ਆਉਣ ਤੋਂ, ਔਰ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਫੋਰਨ ਮਿਨਿਸਟਰ ਨੂੰ ਭੇਜਿਆ ਸੀ ਉੱਥੇ, ਔਰ ਉਸ ਤੋਂ ਬਾਅਦ ਉੱਥੇ ਇੱਕ ਨਾ ਅਨਸਰਟਨਟੀ ਹੋ ਗਈ ਸੀ ਕਿ ਜੁਆਇੰਟ ਡਰਾਫਟ ਬਣਨਾ ਹੈ ਕਿ ਨਹੀਂ ਬਣਨਾ। ਅਖੀਰਲੀ ਮੂਵਮੈਂਟ ਤੱਕ ਉਸ ਜੁਆਇੰਟ ਡਰਾਫਟ ਵਿੱਚ ਕਿੰਨੀਆਂ ਸਾਰੀਆਂ ਚੇਂਜਿਸ ਕਰਨੀਆਂ ਪਈਆਂ। ਸਾਨੂੰ ਯਾਦ ਸੀ ਹਰ 5-10 ਮਿੰਟ ਬਾਅਦ ਸਾਨੂੰ ਦੱਸਿਆ ਜਾਂਦਾ ਸੀ, ਲੋ ਜੀ ਹੁਣ ਇਹ ਚੇਂਜ ਹੋ ਗਿਆ, ਨਹੀਂ ਜੀ ਇਹ ਹੋ ਗਿਆ, ਔਰ ਇੱਕ ਅਨਸਰਟਨਟੀ ਬਣੀ ਸੀ, ਪਤਾ ਨਹੀਂ ਇਕੱਠੇ ਟੁੱਟ ਨਾ ਜਾਣ। ਸੋ G20 ਇੱਕ ਬਟਵਾਰੇ ਦੇ ਕਗਾਰ ਤੇ ਵੀ ਸੀ। ਹਾਲਾਂਕਿ ਐਂਡ ਵਿੱਚ ਜਾ ਕੇ ਇੰਡੋਨੇਸ਼ੀਆ ਦੇ ਲੀਡਰਾਂ ਦੀ ਇਨਵੋਲਵਮੈਂਟ ਨਾਲ ਉਹ ਜੁਆਇੰਟ ਡਰਾਫਟ ਡਿਕਲੇਅਰ ਹੋ ਗਿਆ। ਹੁਣ ਐਤਕੀ ਕੀ ਹੋਇਆ ਕਿ ਇੱਕ ਵਾਧਾ ਹੋਰ ਹੋ ਗਿਆ ਮੁਸ਼ਕਲ 'ਚ, ਕਿ ਰਸ਼ੀਆ ਦੇ ਨਾਲ ਚਾਈਨਾ ਨੇ ਵੀ ਮਨਾ ਕਰਤਾ ਆਉਣ ਤੋਂ। ਸੋ ਇੰਡੀਆ ਲਈ
ਇੰਡੀਆ ਲਈ ਸਭ ਤੋਂ ਇੰਪੋਰਟੈਂਟ ਪਾਰਟ ਇਹ ਸੀਗਾ ਕਿ G20 ਜਿਹਦੇ ਲਈ ਸਾਰੇ ਮੁਲਕਾਂ ਨੂੰ ਇਕੱਠੇ ਕਰ ਰਹੇ ਆ, ਨਾ ਸਿਰਫ ਇਕੱਠੇ ਕਰ ਰਹੇ ਆ, ਇਹਦੇ ਵਿੱਚ ਇਜ਼ਾਫਾ ਵੀ ਕਰ ਰਹੇ ਆ। ਭਾਰਤ ਦੀ ਇਹਦੇ ਵਿੱਚ ਇੱਕ ਬਹੁਤ ਵੱਡੀ ਉਪਲਬਧੀ ਵੀ ਰਹੀ ਹੈ, ਉਹਦਾ ਜ਼ਿਕਰ ਵੀ ਮੈਂ ਕਰਦਾ। ਤੇ ਇੰਡੀਆ ਲਈ ਉਹ ਉਸ ਲਈ ਸੀਗਾ ਕਿ ਪਹਿਲਾਂ ਤੇ ਸਾਰਿਆਂ ਲਈ ਇੱਕ ਜੁਆਇੰਟ ਸਟੇਟਮੈਂਟ, ਜੁਆਇੰਟ ਡਿਕਲੇਰੇਸ਼ਨ ਹੋਵੇ। ਹਾਲਾਂਕਿ ਚਾਈਨਾ ਨੇ ਕੀ ਕੀਤਾ ਕਿ ਆਪਣੇ ਪ੍ਰਾਈਮ ਮਿਨਿਸਟਰ ਨੂੰ ਭੇਜ ਦਿੱਤਾ, ਨੇ ਆਪਣੇ ਫੋਰਨ ਮਿਨਿਸਟਰ ਨੂੰ ਭੇਜ ਦਿੱਤਾ। ਸੋ ਉਹਦੇ ਨਾਲ ਇੱਕ ਰਿਲੀਫ ਜ਼ਰੂਰ ਮਿਲ ਗਿਆ ਕਿ ਰਿਪਰੈਜ਼ੈਂਟੇਸ਼ਨ ਹੋ ਰਹੀ ਹੈ। ਜੇ ਰਿਪਰੈਜ਼ੈਂਟੇਸ਼ਨ ਹੋ ਰਹੀ ਹੈ ਤਾਂ ਫਿਰ ਜੁਆਇੰਟ ਡਿਕਲੇਰੇਸ਼ਨ ਵੀ ਹੋਏਗੀ। ਇਹ ਮਨ ਨਜ਼ਰ ਆ ਗਿਆ ਸੀਗਾ ਸਾਰਿਆਂ ਦਾ। ਦੂਸਰੀ ਭਾਰਤ ਦੀ ਉਪਲਬਧੀ ਇਹਦੇ ਵਿੱਚ ਰਹੀ ਕਿ ਉਹਨੇ ਅਫਰੀਕਨ ਸੰਘ ਨੂੰ ਇਹਦੇ ਵਿੱਚ ਸ਼ਾਮਿਲ ਕਰਵਾ ਲਿਆ, ਜਿਹਦੇ ਵਿੱਚ 55 ਮੁਲਕ ਹੈ। ਹੁਣ ਕੋਸ਼ਿਸ਼ ਤੇ ਉਹਨਾਂ ਨੇ ਕਈ ਮੁਲਕਾਂ ਦੇ ਥਰੂ ਕੀਤੀਆਂ ਸੀਗੀਆਂ, ਰਸ਼ੀਆ ਦੇ ਥਰੂ ਵੀ, ਚਾਈਨਾ ਦੇ ਥਰੂ ਵੀ, ਕਲੇਮ ਕੋਈ ਵੀ ਲੈ ਸਕਦਾ। ਪਰ ਗੱਲ ਇਹ ਹੈ ਕਿ ਨੇਪਰੇ ਕਿਹੜੀ ਧਰਤੀ ਤੇ ਚੜੀ ਤੇ ਨੇਪਰੇ ਕਿੰਨੇ ਚੜਾਈ? ਉਹ ਭਾਰਤ ਨੇ ਚੜਾਈ, ਤੇ ਉਹ ਭਾਰਤ ਨੂੰ ਉਹਦਾ ਸਿਲਾ ਮਿਲੇਗਾ ਜਿਸ ਨੂੰ ਇੱਕ ਗਲੋਬਲ ਸਾਊਥ ਦਾ ਇੱਕ ਨਾਰਾ ਦਿੱਤਾ ਗਿਆ ਕਿ ਭਾਰਤ ਜਿਹੜਾ ਉਹਦੇ ਵਿੱਚ ਬਹੁਤ ਵੱਡਾ ਰੋਲ ਪਲੇ ਕਰੇਗਾ। ਭਾਰਤ ਲਈ ਇਹ ਚੈਲੰਜਸ ਸੀਗੇ ਜਿਹੜੇ ਉਹਨੇ ਬਹੁਤ ਸੋਹਣੇ ਤਰੀਕੇ ਨਿਭਾ ਲਏ ਹੈ ਔਰ ਇਸ ਨੂੰ ਨੇਪਰੇ ਚੜਾ ਲਿਆ। ਦੇਖੋ 29 ਮੁਲਕਾਂ ਦੇ ਹੈਡਸ ਨੇ ਆਉਣਾ, ਉਹਨਾਂ ਦੇ ਨਾਲ ਟੀਮਸ ਨੇ ਆਉਣਾ ਔਰ ਤੁਹਾਡੇ ਮੁਲਕ ਵਿੱਚ ਸ਼ਹਿਰ ਚ ਆਉਣਾ। ਉਹਦੇ ਵਿੱਚ ਕਿੰਨੇ ਪ੍ਰਬੰਧ ਤੁਸੀਂ ਸਮਝ ਸਕਦੇ ਹੋ। ਉਹ ਸਿਕਿਉਰਿਟੀ ਦੇ ਔਰ ਇਹਦੇ ਇਲਾਵਾ ਉਹਨਾਂ ਦੇ ਰੱਖ ਰਖਾਵ ਦੇ, ਰਹਿਣ ਦੇ। ਅੱਛਾ ਤਾਂ ਇੱਕ ਸੀਐਮ ਨੇ ਜਾਣਾ ਹੁੰਦਾ, ਸਾਰਾ ਸ਼ਹਿਰ ਬੰਦ ਹੁੰਦਾ ਹੈ, ਰੂਟ ਲੱਗਦੇ ਨੇ। ਦੇਖੋ ਪੰਜਾਬ ਦੇ ਐਸਐਚਓ ਸਾਹਿਬ ਵੀ ਨਹੀਂ ਮਾਨ ਹੁੰਦੇ, ਲੇਕਿਨ ਇਹ ਮੈਂ ਇੱਕ ਲਾਈਟਰ ਟੋਨ ਚ ਗੱਲ ਕਹੀ ਹੈ। ਤੇ ਲੇਕਿਨ ਉਹ ਹੈਡਸ ਨੂੰ ਜਿਸ ਤਰੀਕੇ ਇੱਕ ਇੰਟਰਨੈਸ਼ਨਲ ਇਮੇਜ ਵੀ ਬਿਲਡ ਹੁੰਦੀ ਹੈ ਸਾਡੀ ਕਿ ਭਾਰਤ ਕਿੱਥੇ ਖੜਾ ਹੈ, ਉਹਦੇ ਵਿੱਚ ਭਾਰਤ ਸਕਸੈਸਫੁਲ ਜ਼ਰੂਰ ਹੋਇਆ। ਲੇਕਿਨ ਬਲਜੀਤ ਜੀ ਇਹਦੇ ਵਿੱਚ ਜਿਹੜੀ ਐਡ ਔਨ ਗੱਲ ਹੈਗੀ ਹੈ ਕਿ G20 ਜਿਸ ਪਰਪਸ ਲਈ ਬਣੀ ਸੀ ਉਹ ਸੀ ਦੁਨੀਆ ਦੇ ਮੁਲਕਾਂ ਨੂੰ ਗਰੀਬੀ ਚੋਂ ਕੱਢਣਾ। ਉਹ ਹਾਲੀ ਨਹੀਂ ਹੋ ਪਾਇਆ, ਉਹਨੂੰ ਹਾਲੀ ਪਤਾ ਨਹੀਂ ਕਿੰਨਾ ਸਮਾਂ ਹੋਰ ਲੱਗਣਾ। ਹੁਣ ਬ੍ਰਾਜ਼ੀਲ ਚੋਂ ਨਹੀਂ ਹੈ ਨੈਕਸਟ, ਲੂਲਾ ਦਾ ਸਿਲਵਾ ਨੂੰ ਦੇ ਦਿੱਤੀ ਹੈ ਉਹਨਾਂ ਨੇ ਬੈਟਨ, ਜਿਹੜਾ ਥੋੜਾ ਦੇਤਾ, ਤੇ ਹੁਣ ਉਹ ਉੱਥੇ ਕਰਨਗੇ। ਸੋ ਇੱਕ ਇਹ ਕਮੀ ਹਾਲੀ ਹੈਗੀ ਹੈ G20 ਦੀ। ਪਰ ਜਿਹੜਾ ਡਿਕਲੇਰੇਸ਼ਨ ਹੋਇਆ ਉਹਦੇ ਚ ਇਸ ਇਸ਼ੂ ਤੇ ਫੋਕਸ ਹੋਇਆ ਕਿ ਨਹੀਂ ਹੋਇਆ? ਯੂਕਰੇਨ ਤੇ ਜੀ ਜਿਹੜਾ ਤੁਸੀਂ ਕਹਿੰਦੇ ਬੇਸਿਕ ਪਰਪਸ ਸੀ ਇਹਦਾ, ਬਿਲਕੁਲ ਹਾਂਜੀ, ਬਿਲਕੁਲ ਉਹਦੇ ਵਿੱਚ ਬਿਲਕੁਲ ਜ਼ਿਕਰ ਹੋਇਆ। ਇਹਦੇ ਚ ਕੋਈ ਦੋਰਾਈ ਨਹੀਂ। ਉਹਦੇ ਵਿੱਚ ਜ਼ਿਕਰ ਹੋਇਆ ਕਿ ਅੱਗੇ ਤੋਂ ਫਿਊਚਰ ਪ੍ਰੋਬਲਮਸ ਕੋਵਿਡ ਵਰਗੀਆਂ ਆ ਗਈਆਂ ਤੇ ਕਿਵੇਂ ਨਿਪਟਣਾ। ਤੇ ਜਿਸ ਪਰਪਸ ਲਈ G20 ਬਣੀ ਸੀ ਉਹਦੇ ਵਿੱਚ ਦੋ ਚੀਜ਼ਾਂ ਭਾਰਤ ਨੇ ਮੁੱਖ ਤੌਰ ਤੇ ਬਹੁਤ ਸਟਰੋਂਗਲੀ ਕਨਵੇ ਕੀਤੀ ਹੈ। ਉਹ ਹੈ ਵਰਲਡ ਬੈਂਕ ਤੇ IMF। ਇਹਨਾਂ ਦੇ ਵਿੱਚ ਰਿਫਾਰਮ ਚਾਹੀਦੀ ਹੈ ਇੰਟਰਨੈਸ਼ਨਲ ਮੋਨਿਟਰੀ ਫੰਡ ਵਿੱਚ, ਤਾਂ ਕਿ ਉਹਨਾਂ ਗਰੀਬ ਮੁਲਕਾਂ ਨੂੰ, ਲੋੜਵੰਦ ਮੁਲਕਾਂ ਨੂੰ ਉਹ ਜਿਹੜੇ ਫੰਡਸ ਹੈਗੇ ਆ ਮੁਹੱਈਆ ਕਰਾ ਸਕਣ। ਇਹ ਨਹੀਂ ਕਿ ਅਮੀਰ ਹੀ ਸਭ ਕੁਝ ਲੈਂਦੇ ਰਹਿਣ, ਅਮੀਰ ਮੁਲਕ ਹੀ ਸਭ ਕੁਝ ਲੈਂਦੇ ਰਹਿਣ। ਉਹਦੇ ਉੱਤੇ ਖਾਸ ਤੌਰ ਤੇ ਭਾਰਤ ਨੇ ਆਪਣੀ ਗੱਲ ਕੀਤੀ ਹੈ ਔਰ ਮੰਨੀ ਵੀ ਗਈ ਹੈ, ਸਮਝੀ ਵੀ ਗਈ ਹੈ। ਉਹ ਰਿਫਾਰਮਸ ਹਾਲੀ ਇੰਨੀ ਅੱਜ ਕਿਹਾ ਤੇ ਸਵੇਰੇ ਤੇ ਨਹੀਂ ਹੋਣਗੇ, ਪਰ ਹੋ ਸਕਦਾ ਕਿ ਇਸ ਸਾਲ ਦੇ ਐਂਡ ਤੱਕ ਜਾਂ ਨਵੀਂ ਕਮੇਟੀ ਦੇ ਐਂਡ ਤੱਕ ਜ਼ਰੂਰ ਉਹਦੇ 'ਚ ਹੋ ਜਾਣ। ਇੱਕ ਗੱਲ ਤੁਸੀਂ ਕਹੀ ਹੈ ਕਿ ਪੰਜਾਬ ਦਾ ਕੀ ਰੈਲੇਵੈਂਸ ਹੈ ਇਹਦੇ ਵਿੱਚ। ਸੋ ਉਹਦੇ ਨਾਲ ਮੈਂ ਜੁੜ ਕੇ ਤੁਹਾਨੂੰ ਸਵਾਲ ਕਰ ਦੇਣਾ, ਜਿੱਥੋਂ ਮੇਰਾ ਸਵਾਲ ਉੱਠਿਆ ਕਿ ਜਿਹੜਾ ਕੋਰੀਡੋਰ ਅਨਾਉਂਸ ਹੋਇਆ ਮਿਡਲ ਈਸਟ ਨੂੰ, ਸ਼ਿਪਿੰਗ ਤੇ ਰੇਲ ਕੋਰੀਡੋਰ, ਤੇ ਮੇਰੇ ਮਨ ਚ ਸਵਾਲ ਵੀ ਰੇਲ ਕਿੱਥੋਂ ਬਣੇਗਾ? ਇੱਕ ਤਾਂ ਰੇਲ ਜਿਹੜਾ ਉਹ ਕਿੱਥੋਂ ਲਿੰਕ ਹੋਏਗਾ ਇੰਡੀਆ ਨਾਲ। ਦੂਸਰਾ ਅਸੀਂ ਇਹ ਜਿਹੜਾ ਰੂਟ ਹੈਗਾ ਆਪਣਾ ਪਾਕਿਸਤਾਨ ਥਰੂ, ਜਿਹੜਾ ਮਿਡਲ ਈਸਟ ਦਾ ਇਹ ਰੂਟ ਹੈ, ਜਿਹੜਾ ਪੁਰਾਣਾ ਰੂਟ ਸੀਗਾ, ਵੀ ਉਹਦਾ ਕੀ ਬਣਿਆ? ਫਿਰ ਉਹਦੀ ਕੋਈ ਸੰਭਾਵਨਾ ਤੇ ਅਸਰ ਨਹੀਂ ਪਏਗਾ ਜੋ ਇਹ ਕੀਤਾ? ਜਿਹੜੀ ਤੇ ਇੰਡੀਆ ਦਾ ਅਪ ਟੂ ਸੈਂਟਰਲ ਏਸ਼ੀਆ ਤੱਕ ਪਹੁੰਚਣਾ ਵਾਇਆ ਪਾਕਿਸਤਾਨ, 75 ਵਰੇ ਹੋ ਗਏ ਨੇ। ਇਹ ਉਦੋਂ ਤੋਂ ਹੀ ਮੰਗ ਹੈ, ਉਦੋਂ ਤੋਂ ਹੀ ਭਾਰਤ ਚਾਹੁੰਦਾ ਸੀਗਾ ਕਿ ਐਵੇਂ ਸੈਂਟਰਲ ਏਸ਼ੀਆ ਵੱਲ ਰੂਟ ਖੁੱਲੇ। ਸੈਂਟਰਲ ਏਸ਼ੀਆ ਵੀ ਚਾਹੁੰਦਾ ਸੀ, ਲੇਕਿਨ ਉਹਦੇ ਵਿੱਚ ਪਾਕਿਸਤਾਨ ਇੱਕ ਬਹੁਤ ਵੱਡੀ ਅੜਚਨ ਕਹਿ ਸਕਦੇ ਹਾਂ ਕਿ ਪਾਕਿਸਤਾਨ ਉਸ ਗੱਲ ਨੂੰ ਹਾਲੀ ਤੱਕ ਨਹੀਂ ਚਾਹੁੰਦਾ। ਉਹਦੇ ਮਨ ਵਿੱਚ ਕੀ ਹੈ, ਇੱਕ ਐਪਰੀਹੈਂਸ਼ਨ ਹੋ ਸਕਦੀ ਹੈ, ਉਹ ਕੀ ਸੋਚਦਾ ਹੈ ਭਾਰਤ ਬਾਰੇ, ਕੀ ਸੋਚਦਾ ਹੈ, ਜਾਂ ਉਹ ਪਾਕਿਸਤਾਨ ਹੀ ਬਿਹਤਰ ਦੱਸ ਸਕਦਾ ਹੈ। ਲੇਕਿਨ ਅਗਰ ਪਾਕਿਸਤਾਨ ਉਹ ਟ੍ਰਾਂਜ਼ਿਟ ਰੂਟ ਦਿੰਦਾ, ਇੰਡੀਆ ਪਾਕਿਸਤਾਨ ਵਪਾਰ ਤਾਂ ਵੈਸੇ ਹੀ 4 ਸਾਲਾਂ ਤੋਂ ਬੰਦ ਹੋਇਆ ਹੋਇਆ ਹੈ ਪੁਲਵਾਮਾ ਅਟੈਕ ਤੋਂ ਬਾਅਦ। ਉਹਦੇ ਵਿੱਚ ਡਿਊਟੀਜ਼ ਇੰਡੀਆ ਨੇ 200% ਇੰਪੋਰਟ ਡਿਊਟੀ ਲਾਤੀ ਹੈ ਪਾਕਿਸਤਾਨ ਤੋਂ। ਪਾਕਿਸਤਾਨ ਨੇ ਇੰਡੀਆ ਦੀ ਗੁੱਡਸ ਲੈਣੀਆਂ ਬੰਦ ਕੀਤੀਆਂ ਹੋਈਆਂ। ਇੱਕ ਤੇ ਉਹ ਟ੍ਰੇਡ ਆਲਰੇਡੀ ਬੰਦ ਹੈ। ਦੂਸਰਾ, ਪਾਕਿਸਤਾਨ ਨੇ ਸਿਰਫ ਅਫਗਾਨਿਸਤਾਨ ਨੂੰ 1 ਵੇ
ਦਿੱਤਾ ਹੋਇਆ, ਕਿਉਂਕਿ ਉਹ ਲੈਂਡਲੌਕ, ਉਹਨੂੰ ਕੋਈ ਸਮੁੰਦਰ ਨਹੀਂ ਲੱਗਦਾ, ਤੇ ਇਸ ਕਰਕੇ ਇੰਟਰਨੈਸ਼ਨਲ ਰੂਲਸ ਦੇ ਮੁਤਾਬਕ ਪਾਕਿਸਤਾਨ ਨੂੰ ਰਸਤਾ ਦੇਣਾ ਪੈਂਦਾ ਅਫਗਾਨਿਸਤਾਨ ਨੂੰ। ਸੋ ਅਫਗਾਨਿਸਤਾਨ ਤੋਂ ਗੁੱਡਸ ਇੰਡੀਆ ਤੇ ਆ ਜਾਂਦੀਆਂ, ਲੇਕਿਨ ਇਧਰੋਂ ਦੀ ਪਾਕਿਸਤਾਨ ਜਾਣ ਦੀ ਉਹ ਇਜਾਜ਼ਤ ਨਹੀਂ ਦਿੰਦਾ, ਪਾਕਿਸਤਾਨ ਇਜਾਜ਼ਤ ਨਹੀਂ ਦਿੰਦਾ। ਸੋ ਅਗਰ ਪਾਕਿਸਤਾਨ ਅਫਗਾਨਿਸਤਾਨ ਤੱਕ ਦਿੰਦਾ ਤੇ ਅੱਗੋਂ ਦੀ ਫਿਰ ਈਰਾਨ ਤੇ ਬਾਕੀ ਸਾਰੇ ਮੁਲਕਾਂ ਦੇ ਕਜ਼ਾਕਿਸਤਾਨ ਸਾਰੇ ਰਸਤੇ ਖੁੱਲਦੇ ਆ। ਸੋ ਉਹ ਅੜਚਨ ਲਗਾਤਾਰ ਵੱਧਦੀ ਜਾ ਰਹੀ ਹੈ। ਪਾਕਿਸਤਾਨ ਨਹੀਂ ਮੰਨਦਾ ਪਿਆ ਸੀ, ਤਾਂ ਹੀ ਚਾਬਹਾਰ ਪੋਰਟ ਤੇ ਉਹ ਵਾਲੇ ਈਰਾਨ ਵਾਲੇ ਪੋਰਟ ਡਿਵੈਲਪ ਕੀਤੇ ਗਏ ਕਿ ਪਾਕਿਸਤਾਨ ਨਹੀਂ ਮੰਨ ਰਿਹਾ ਤੇ ਚਲੋ ਉਧਰੋਂ ਦੇਵਾਂਗੇ। ਹੁਣ ਹਾਲੀ ਵੀ ਪਾਕਿਸਤਾਨ ਉਹਦੇ ਵਿੱਚੋਂ ਡਿਲੇਇੰਗ ਕਰ ਰਿਹਾ ਤੇ ਇਹ ਇੱਕ ਰੂਟ ਲੱਭਿਆ ਗਿਆ, ਔਰ ਇਹ ਰੂਟ ਬਲਜੀਤ ਜੀ ਇੱਕ ਚਾਈਨਾ ਨੂੰ ਜਵਾਬ ਵੀ ਹੈ। ਚਾਈਨਾ ਜਿਹੜਾ ਵਨ ਰੋਡ ਵਨ ਮੈਪ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਉਹਦੇ ਪੈਰਲਲ ਕੀ ਬਣਾਇਆ ਜਾ ਸਕਦਾ, ਤੇ ਉਹਦੇ ਉੱਤੇ ਪ੍ਰਪੋਜ਼ਲ ਹੈ। ਟਾਈਮ ਲੱਗੇਗਾ, ਇਹਨੂੰ ਕਿਵੇਂ ਬਣਾਉਣਾ ਹੈ, ਕਿੱਥੇ ਤੱਕ ਕਿਵੇਂ ਪਹੁੰਚੇਗੀ, ਇਹਨੂੰ ਇੱਕ ਟਾਈਮ ਦੇ ਬਾਅਦ ਪਤਾ ਲੱਗੇਗਾ। ਪੰਜਾਬ ਉਹਦੇ ਵਿੱਚ ਮੈਟਰ ਕਰਦਾ ਹੈ। ਅਗਰ ਤੇ ਪਾਕਿਸਤਾਨ ਦੇ ਨਾਲ ਟ੍ਰੇਡ ਖੁੱਲਦਾ ਔਰ ਪਾਕਿਸਤਾਨ ਟ੍ਰਾਂਜ਼ਿਟ ਰੂਟ ਦਿੰਦਾ ਤਾਂ ਮੈਨੂੰ ਲੱਗਦਾ ਕਿ ਪੰਜਾਬ would have been the one of the richest state of the country ਅਗਰ ਇਹ ਖੁੱਲ ਜਾਂਦਾ ਤੇ ਦੋਵੇਂ ਪਾਸੇ ਇਹਦੇ ਚ ਕੋਈ ਦੋ ਰਾਏ ਨਹੀਂ ਹੈ। ਪਾਕਿਸਤਾਨ ਨੂੰ ਟ੍ਰਾਂਜ਼ਿਟ ਦਾ ਬਹੁਤ ਮਿਲਦਾ, ਉਹਨਾਂ ਨੂੰ ਸਮਾਨ ਵੀ ਸਸਤਾ ਮਿਲਦਾ, ਸਾਨੂੰ ਵੀ ਉਧਰੋਂ ਦੀ ਸੀਮੈਂਟ ਤੇ ਕੁਝ ਚੀਜ਼ਾਂ ਮਿਲਦੀਆਂ ਹੈਗੀਆਂ, ਬਾਰਟਰ ਹੈਗਾ, ਬੜਾ ਵਧੀਆ ਟ੍ਰੇਡ ਹੋ ਸਕਦਾ ਐਨੀਵੇ। ਲੇਕਿਨ ਉਹਦੇ ਵਿੱਚ ਜਿਹੜੀ ਇਸ G20 ਵਿੱਚ ਬਹੁਤ ਜ਼ਿਆਦਾ ਫਾਇਦਾ ਨਜ਼ਰ ਆਇਆ, ਤੁਸੀਂ ਵੇਖੋ ਜੋ ਬਾਈਡਨ ਨਾਲ ਜਿਸ ਵੇਲੇ ਮੁਲਾਕਾਤ ਹੁੰਦੀ ਹੈ G20 ਦੀ ਸਮਿਟ ਸ਼ੁਰੂ ਹੋਣ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਜੋ ਬਾਈਡਨ ਦੀ ਬੈਠਕ ਤੋਂ ਇਮੀਡੀਏਟਲੀ ਬਾਅਦ ਲਗਭਗ 3-4 ਘੰਟਿਆਂ ਬਾਅਦ ਸਾਨੂੰ ਲੇਟ ਨਾਈਟ ਇੱਕ ਮੈਸੇਜ ਆਉਂਦਾ ਹੈ ਐਮਬੈਸੀ ਤੋਂ, US ਐਮਬੈਸੀ ਵੱਲੋਂ, ਵਾਈਟ ਹਾਊਸ ਵੱਲੋਂ, ਕਿ ਇੱਕ ਬਹੁਤ ਲੌਂਗ ਪੈਂਡਿੰਗ ਸਮੱਸਿਆ ਦੋਵਾਂ ਮੁਲਕਾਂ ਦੇ ਵਿੱਚ ਦਰਮਿਆਨ ਚੱਲ ਰਹੀ ਸੀਗੀ, ਉਹ ਸੀ ਪੋਲਟਰੀ ਪ੍ਰੋਡਕਟ ਦੀ, ਐਗਰੀਕਲਚਰ ਪ੍ਰੋਡਕਟ ਦੀ ਇੰਪੋਰਟ ਐਕਸਪੋਰਟ ਦੀ। ਉਹ ਅਮਰੀਕਾ ਨੇ ਕਲੀਅਰ ਕਰ ਦਿੱਤੀ, ਉਹਦੇ ਤੇ ਉਹ ਸੋਲਵ ਹੋ ਗਈ ਹੈ ਪ੍ਰੋਬਲਮ। ਉਹਦੇ ਨਾਲ ਤੁਸੀਂ ਵੇਖੋ ਕਿ ਜਿਹੜੇ ਅਮਰੀਕਾ ਦੇ ਬਲੂਬੇਰੀ ਪ੍ਰੋਡਕਟ ਨੇ, ਜਿਹੜੇ ਫਰੂਟ ਨੇ, ਹੋਰ ਵੀ ਫਰੂਟ ਨੇ, ਉਹ ਸੌਖੇ ਇੱਥੇ ਆ ਸਕਦੇ ਨੇ, ਜਿਹੜੇ ਕਿ ਹੁਣ ਬਹੁਤ ਮਹਿੰਗੇ ਆਉਂਦੇ ਸੀਗੇ, ਡਿਊਟੀਆਂ ਬੜੀਆਂ ਪੈਂਦੀਆਂ ਸੀਗੀਆਂ। ਉਹਦੇ ਉੱਤੇ ਉਹਨਾਂ ਨੇ ਮੋਡੈਲਿਟੀਜ਼ ਤੈਅ ਕਰ ਲਈਆਂ ਕਿਵੇਂ ਕੀ ਕਰਨਾ ਹੈ। ਇੰਡੀਆ ਵਿੱਚ ਪ੍ਰੋਡਕਟ, ਪੋਲਟਰੀ ਪ੍ਰੋਡਕਟਸ ਜਿਹੜੇ ਆ, ਤੁਸੀਂ ਵੇਖੋ ਕਿ ਪੰਜਾਬ ਦੀ ਪੋਲਟਰੀ ਕਿੰਨੀ ਵਧੀਆ ਹੈਗੀ ਹੈ, ਉਹ ਪੋਲਟਰੀ ਪ੍ਰੋਡਕਟ ਉੱਤੇ ਜਾ ਸਕਦੇ ਨੇ। ਇਹ ਸਾਰੀਆਂ ਚੀਜ਼ਾਂ ਪੰਜਾਬ ਦੇ ਸੰਦਰਭ ਵਿੱਚ ਚੰਗੀਆਂ ਹੋਈਆਂ। ਪੰਜਾਬ ਦਾ ਨਾਮ ਉਹਦੇ ਵਿੱਚ ਤੇ 2-3 ਦਫਾ ਆਇਆ G20 ਦੇ ਵਿੱਚ। ਜਦੋਂ G20 ਦੀ ਵਰਕਿੰਗ ਕਮੇਟੀ ਦੀ ਬੈਠਕ ਹੋਈ ਹੈ ਬਲਜੀਤ ਜੀ, ਤੁਹਾਨੂੰ ਯਾਦ ਹੋਵੇ, 2 ਅੰਮ੍ਰਿਤਸਰ ਹੋਈਆਂ ਸੀ, 2 ਚੰਡੀਗੜ੍ਹ ਹੋਈਆਂ ਸੀ। ਉਹਨਾਂ ਵਿੱਚ ਐਜੂਕੇਸ਼ਨ ਸੀ, ਹੈਲਥ ਸੀਗਾ, ਟੂਰਿਜ਼ਮ ਨਾਲ ਵੀ ਰਿਲੇਟਡ ਉਹਦੇ ਵਿੱਚ ਜਿਹੜੇ ਸੈਕਟਰੀ ਲੋਕ ਆਉਂਦੇ ਨੇ, ਇੱਥੋਂ ਦੇ ਸੈਕਟਰੀ ਮਿਲਦੇ ਨੇ। ਉਹਦੇ ਵਿੱਚ ਇੱਕ ਤੇ ਹੁੰਦਾ ਕਿ G20 ਦੇ ਮੁਲਕਾਂ ਦੇ ਸੈਕਟਰੀਜ਼ ਮਿਲਦੇ ਨੇ, ਉਹਨਾਂ ਦੇ ਡਿਪਾਰਟਮੈਂਟਾਂ ਦੇ ਹੈਡ ਮਿਲਦੇ ਨੇ। ਦੂਜਾ ਹੁੰਦਾ ਹੈ ਇੰਟੈਂਜੀਬਲ ਬੈਨੀਫਿਟਸ ਅਸੀਂ ਉਹਨਾਂ ਨੂੰ ਕਹਿੰਦੇ ਆ ਜਿਹੜੇ ਉਸ ਵੇਲੇ ਨਜ਼ਰ ਨਹੀਂ ਆ ਰਹੇ ਹੁੰਦੇ, ਲੇਕਿਨ ਬਾਅਦ ਚ ਨਜ਼ਰ ਆ ਰਹੇ ਇਨ ਦਾ ਲੌਂਗ ਰਨ। ਜਦੋਂ G20 ਦੇ ਬੰਦੇ ਇੱਥੇ ਆਉਂਦੇ ਨੇ, ਮੰਨ ਲਓ ਕਿ ਕੋਈ ਅਮਰੀਕਾ ਦਾ ਇੱਥੇ ਆਇਆ ਹੈ ਤੇ ਤੁਹਾਡੇ ਇੱਥੇ ਦੀ ਲੋਕਲ ਕੋਈ ਯੂਨੀਵਰਸਿਟੀ ਉੱਥੇ ਦੇ ਗਿਆ ਵੀ ਸਾਨੂੰ ਤੁਸੀਂ ਐਵੇਂ ਕਰੋ, ਤੇ ਉਹ ਬੈਨੀਫਿਟਸ ਨਜ਼ਰ ਆਉਂਦੇ ਨੇ। ਹਰ ਸਟੇਟ ਜਿੱਥੇ ਉਹ 200 ਦੇ ਕਰੀਬ ਬੈਠਕਾਂ ਹੋਈਆਂ 56 ਥਾਵਾਂ ਤੇ ਇੰਡੀਆ ਵਿੱਚ, ਜਿੱਥੇ ਹੋਈਆਂ, ਉੱਥੇ ਉਹਦੇ ਬੈਨੀਫਿਟ ਲੇਟਰ ਸਟੇਜ ਚ ਨਜ਼ਰ ਆਉਂਦੇ ਕੁਦਰਤੀ ਹੈ। ਸੋ G20 ਦੀ ਜਿਹੜੀ ਸੰਸਥਾ ਹੈਗੀ ਹੈ, ਉਹ ਵੱਡੇ ਮੁਲਕਾਂ ਦੇ ਇਲਾਵਾ ਸਟੇਟਸ ਦੇ ਉੱਤੇ ਬੈਨੀਫਿਟਸ ਦਿੰਦੀਆਂ, ਸਟੇਟਸ ਤੋਂ ਬਾਅਦ ਅੱਗੋਂ ਲੋਕਾਂ ਤੱਕ ਪਹੁੰਚਦੀਆਂ, ਲੇਕਿਨ ਇਹ ਨਜ਼ਰ ਨਾ ਆਉਣ ਵਾਲੀਆਂ ਫਾਇਦੇ ਹੁੰਦੇ ਨੇ, ਇਸ ਸਾਹਮਣੇ ਤੌਰ ਤੇ ਨਜ਼ਰ ਨਹੀਂ ਆਉਂਦੇ। ਠੀਕ ਹੈ। ਸੋ ਪੰਜਾਬ ਦਾ ਜ਼ਿਕਰ ਕਿਸ ਤਰ੍ਹਾਂ ਹੋਇਆ? ਤੁਸੀਂ ਕਹਿ ਰਹੇ ਸੀ ਨਾ 2-3 ਵਾਰ ਜ਼ਿਕਰ ਹੋਇਆ। ਨਹੀਂ, ਪੰਜਾਬ ਦਾ ਜ਼ਿਕਰ ਮੈਂ ਇਸ ਤਰ੍ਹਾਂ ਹੀ ਦੱਸ, ਜਿਹੜੀਆਂ ਇੱਥੇ ਵਰਕਿੰਗ ਕਮੇਟੀ ਦੀਆਂ ਬੈਠਕ ਹੋਈਆਂ ਉਹ ਇੱਥੇ ਹੋ ਕੇ ਖਤਮ ਨਹੀਂ ਹੋ ਗਈਆਂ ਸਰ। ਜਦੋਂ G20 ਦੀ ਸਮਿਟ ਹੁੰਦੀ ਹੈ, ਉਹਦੇ ਵਿੱਚ ਉਹ ਪ੍ਰਪੋਜ਼ਲਸ ਫਿਰ ਪਾਸ ਹੁੰਦੇ ਨੇ। ਅਸੀਂ ਪੰਜਾਬ ਵਿੱਚ ਇਹ ਦੇਖਿਆ, ਪੰਜਾਬ 'ਚ ਸਾਡੀ ਇਹ ਰਹੀ, ਕਸ਼ਮੀਰ ਵਿੱਚ ਅਸੀਂ 5 ਸਟਾਰ ਹੋਟਲ ਜਿਹੜੇ ਆ ਉਹ ਬਣ ਰਹੇ, ਉਹਨਾਂ ਵਿੱਚ ਮਦਦ ਕਰ ਰਹੇ ਹਾਂ, ਇਸ ਤਰ੍ਹਾਂ ਜ਼ਿਕਰ ਹੁੰਦਾ। ਤੇ ਉਹਦੇ ਵਿੱਚ ਇਹ ਨਹੀਂ ਹੈ ਪੰਜਾਬ ਇਗਨੋਰ ਜਾਂ ਕੋਈ ਸਟੇਟ ਇਗਨੋਰ ਨਹੀਂ ਹੁੰਦੀ। ਜਿੱਥੇ ਵਰਕਿੰਗ ਕਮੇਟੀ ਦੀ ਬੈਠਕ ਹੋਈ ਹੈ, ਉੱਥੇ ਕੀ ਬੈਠਕ ਹੋਈ, ਉਹਦੇ ਕੀ ਸਿੱਟੇ ਨਿਕਲੇ ਤੇ ਕੀ ਉੱਥੇ ਮਦਦ ਕੀਤੀ ਜਾ ਸਕਦੀ ਹੈ, ਇਹਦੇ ਉੱਤੇ ਜ਼ਿਕਰ ਹੁੰਦਾ। ਮੈਂ ਫਿਰ ਉੱਥੇ ਜਿਹੜੀ ਪਹਿਲੀ ਗੱਲ ਤੇ ਛੋਟਾ ਜਿਹਾ ਅੱਗੇ ਫਿਰ ਚੱਲਾਂਗੇ, ਜਿਹੜੀ ਮੈਂ ਕੋਰੀਡੋਰ ਵਾਲੀ ਗੱਲ ਉਹਨੇ ਕੀਤੀ ਸੀ, ਰੇਲ ਕੋਰੀਡੋਰ, ਵੀ ਸ਼ਿਪਿੰਗ ਦਾ ਤਾਂ ਚਲੋ ਮੰਨ ਲਿਆ ਸੀ, ਸ਼ਿਪਿੰਗ ਦਾ ਤਾਂ ਇਹ ਆਪਣੀ ਤਾਂ ਲੈਂਡ ਲੌਕਡ ਹੀ ਹੈ ਨਾ। ਜਿਹੜਾ ਰੇਲ ਕੋਰੀਡੋਰ ਸੀ, ਉਹਦਾ ਕੀ ਰੂਟ ਦਾ ਕੋਈ ਮੋਟਾ ਜਿਹੜਾ ਖਾਕਾ
ਕੀ ਆਹੀ ਧਿਆਨ ਚ ਹੈਗਾ ਇੱਧਰਲਾ ਸੈਂਟਰਲ ਏਸ਼ੀਆ ਵਾਲਾ ਹੈ ਜਾਂ ਹੋਰ ਕੋਈ? ਨਹੀਂ, ਉਹਦੇ ਵਿੱਚ ਤੁਸੀਂ ਵੇਖੋ ਕਿ ਅਮਰੀਕਾ ਜਿਹੜਾ ਹੈ ਉਹ ਅੰਗੋਲਾ ਨੂੰ ਹਿੰਦ ਮਹਾਸਾਗਰ ਦੇ ਨਾਲ ਉਹਦੇ ਵਿੱਚ ਜੋੜਨ ਵਾਸਤੇ ਉਹਦੇ 'ਚ ਇੱਕ ਰੇਲਵੇ ਲਾਈਨ ਦੀ ਉਹਨੇ ਗੱਲ ਕੀਤੀ ਹੋਈ ਹੈ। ਇਸ ਤਰੀਕੇ ਕੰਟਰੀਜ਼ ਦੇ ਨਾਲ ਜੁੜੇਗੀ। ਹਾਲੀ ਪ੍ਰਪੋਜ਼ਲ ਸ਼ੁਰੂ ਹੋਈ ਹੈ। ਉਹਦੇ ਵਿੱਚ ਸੀ ਰੂਟ ਕੰਮ ਆਏਗਾ। ਪਹਿਲਾਂ ਸੀ ਰੂਟ ਹੋਏਗਾ, ਫਿਰ ਬਾਅਦ ਦੂਸਰਾ ਜੁੜ ਜਾਏਗਾ। ਜਿੱਥੇ ਰੇਲ ਜੁੜਨੀ ਹੈ ਉੱਥੇ ਮੇਰਾ ਖਿਆਲ ਇਸ ਨਹੀਂ ਹੋਏਗਾ ਇਸ ਤਰੀਕੇ। ਹਾਂਜੀ, ਮਿਕਸ ਐਂਡ ਮੈਚ ਵਿੱਚ ਕੋਰੀਡੋਰ ਬਣੇਗਾ। ਇਹ ਜੇ ਅਸੀਂ ਸੋਚੀਏ ਵੀ ਕੋਈ ਸਮੁੰਦਰ ਦੇ ਅੰਦਰੋਂ ਟ੍ਰੇਨ ਜਾ ਰਹੀ ਹੈ ਤੇ ਕੋਈ ਉੱਪਰੋਂ ਜਾ ਰਹੀ ਹੈ, ਐਵੇਂ ਨਹੀਂ। ਇਹ ਇੱਕ ਮਿਕਸ ਐਂਡ ਮੈਚ ਵਿੱਚ ਜਿੱਥੇ ਕੋਰੀਡੋਰ ਬਣਨਾ ਹੈ। ਤੁਹਾਨੂੰ ਇਹਨੂੰ ਹੋਰ ਸਿੰਪਲੀਫਾਈ ਤਰੀਕੇ ਨਾਲ ਮੈਂ ਦੱਸਦਾ ਕੋਰੀਡੋਰ ਦਾ ਫਾਇਦਾ ਕੀ ਹੋਏਗਾ ਜਾਂ ਕੀ। ਡਾਕਟਰ ਮਨਮੋਹਨ ਸਿੰਘ ਦੇ ਟਾਈਮ ਤੇ ਇੱਕ ਕੋਰੀਡੋਰ ਪਾਸ ਹੋਇਆ ਕਲਕੱਤੇ ਤੋਂ ਲੈ ਕੇ ਲੁਧਿਆਣੇ ਤੱਕ ਦਾ। ਬਾਅਦ ਵਿੱਚ ਅੰਮ੍ਰਿਤਸਰ ਵਾਲਿਆਂ ਨੇ ਰੌਲਾ ਪਾਇਆ ਵੀ ਅਟਾਰੀ ਤੱਕ ਦਾ ਕਰੋ, ਤੇ ਉਹਨੂੰ ਕਿਆ ਵਧਾਇਆ ਜਾ ਰਿਹਾ। ਉਹ ਟ੍ਰੇਡਰ ਕਿਉਂ ਚਾਹੁੰਦੇ ਨੇ, ਜਿਹੜੇ ਇੰਡਸਟਰੀਅਲਿਸਟ ਕਿਉਂ ਚਾਹੁੰਦੇ ਨੇ ਕੋਰੀਡੋਰ ਹੋਵੇ? ਕੋਰੀਡੋਰ ਦਾ ਮਤਲਬ ਹੁੰਦਾ ਡੈਡੀਕੇਟਿਡ ਇੱਕ ਤੁਹਾਨੂੰ ਰੂਟ ਮਿਲਣਾ। ਤੁਹਾਡਾ ਕੰਟੇਨਰ ਬਗੈਰ ਕਿਸੇ ਰੈੱਡ ਲਾਈਟ ਦੇ ਸਟਾਪ ਤੋਂ ਇੱਕ ਤੋਂ ਦੂਜੀ ਜਗ੍ਹਾ ਜਾ ਰਿਹਾ, ਵਿੱਚੋਂ ਕੋਈ ਹੋਰ ਕਾਰ ਸਕੂਟਰ ਸਾਈਕਲ ਵਿੱਚ ਨਹੀਂ ਆ ਰਿਹਾ। ਸੋ ਇੱਕ ਡੈਡੀਕੇਟਿਡ ਕੋਰੀਡੋਰ ਬਣ ਜਾਏਗਾ। ਉਹਦੇ ਵਿੱਚ ਤੁਹਾਨੂੰ ਜਿਹੜਾ ਤੁਹਾਡਾ ਰੂਟ ਹੈਗਾ ਉਹਦੇ ਵਿੱਚ ਪੈਸੇ ਦੀ ਬੱਚਤ ਹੋਏਗੀ, ਟਾਈਮ ਦੀ ਬੱਚਤ ਹੋਏਗੀ, ਕਸਟਮ ਦੀ ਬੱਚਤ ਹੋਏਗੀ। ਇਹਨਾਂ ਸਾਰੀਆਂ ਚੀਜ਼ਾਂ 'ਚ ਇੱਕ ਡੈਡੀਕੇਟਿਡ ਤੁਹਾਨੂੰ ਰੂਟ ਮਿਲ ਜਾਏਗਾ। ਇਹ ਬੈਨੀਫਿਟ ਹੁੰਦਾ। ਅੱਛਾ, ਇਹਦੇ 'ਚ ਇਹ ਹੋ ਗਿਆ ਇੱਕ ਦੋ ਗੱਲਾਂ। ਇੱਕ ਤਾਂ ਜਿਹੜਾ ਵਰਲਡ ਬੈਂਕ ਦੇ ਪ੍ਰੈਜ਼ੀਡੈਂਟ ਦੇ ਤੌਰ ਤੇ ਆਏ ਸੀ ਸਾਡੇ ਸਰਦਾਰ ਸਾਹਿਬ ਅਜੇ, ਇਹ ਬੰਗ ਹੈ ਕਿ ਬੰਗਾ ਵੱਲ ਦੇ ਦੱਸੋ? ਇਹ ਨਾ ਪ੍ਰੋਨੰਸੀਏਸ਼ਨ ਆਪਣੀ ਆਪਣੀ ਹੈ ਜੀ, ਤੇ ਅੰਗਰੇਜ਼ੀ ਦੀ ਪ੍ਰੋਨੰਸੀਏਸ਼ਨ ਤੁਸੀਂ ਹੁਣ ਪਿਆਰ ਨਾਲ ਤੇ ਹੁਣ ਸਾਰੇ ਸਰਦਾਰ ਸਾਹਿਬ ਵੀ ਕਹਿੰਦੇ ਨੇ, ਸਰਦਾਰ ਸਾਹਿਬ ਅੱਗੇ ਵੀ ਨੇ, ਹੁਣ ਤੁਸੀਂ ਬੰਗਾ ਕਹੋ ਬਾਂਗਾ ਕਹੋ। ਸਾਨੂੰ ਤਾਂ ਬੜੀ ਹੀ ਇਜ਼ ਅ ਰਿਸਪੈਕਟੇਬਲ ਮੈਨ। ਬੜੀ ਫਖਰ ਵਾਲੀ ਗੱਲ ਲੱਗਦੀ ਸੀ ਜਦੋਂ ਉਹ ਇੱਕੋ ਹੀ ਜਿਹੜਾ ਸਾਡਾ ਦਸਤਾਰਧਾਰੀ ਦਿਸਦੇ ਰਿਹਾ ਸੀ ਸਾਰੇ ਉਹਦੇ 'ਚ, ਤੇ ਉਹਨਾਂ ਦੇ ਨਾਲ ਕੋਈ ਇੰਟਰੈਕਸ਼ਨ ਹੋਇਆ ਕਿਤੇ? ਮੈਂ ਨਹੀਂ, ਇਸ ਤਰ੍ਹਾਂ ਨਹੀਂ ਸੀਗਾ ਇੰਟਰੈਕਸ਼ਨ ਦਾ। ਐਵੇਂ ਸੀਗਾ ਕਿ ਜਿਹੜੀ ਮੀਡੀਆ ਨਾਲ ਉਹਨਾਂ ਨੇ ਇੰਟਰੈਕਸ਼ਨ ਕੀਤਾ, ਮੀਡੀਆ ਨਾਲ ਕੋਈ ਇਸ ਤਰ੍ਹਾਂ ਦਾ ਕੋਈ? ਇਸ ਤਰ੍ਹਾਂ ਸੀਗਾ ਕਿ ਉਹਨਾਂ ਦੀ ਜਿਹੜੇ ਵੀ G20 ਦੇ ਲੀਡਰ ਸਾਹਿਬਾਨ ਆਏ ਸੀਗੇ, ਉਹਨਾਂ ਦੇ ਵਾਸਤੇ ਮੰਡਪਮ ਇੱਕ ਬਿਲਡਿੰਗ ਜਿਹੜੀ ਬਣਾਈ ਗਈ ਸੀ, ਉਹਦੇ ਵਿੱਚ ਸਾਰੀ ਬੈਠਕਾਂ ਹੁੰਦੀਆਂ ਸੀ। ਉਹਦੇ ਸਾਹਮਣੇ ਇੰਟਰਨੈਸ਼ਨਲ ਮੀਡੀਆ ਸੈਂਟਰ ਬਣਾਇਆ ਸੀ, ਜਿਹਦੇ ਵਿੱਚ ਦੁਨੀਆ ਭਰ ਤੋਂ ਲਗਭਗ 2000 ਦੇ ਕਰੀਬ ਜਰਨਲਿਸਟ ਆਏ ਸੀਗੇ। ਅੱਛਾ, 2000 ਪੂਰੀ ਦੁਨੀਆ ਚੋਂ। ਉਹ ਜਰਨਲਿਸਟਾਂ ਵਾਸਤੇ ਉਹ ਬਣਾਇਆ ਸੀ। ਉੱਥੇ ਮੀਟਿੰਗ ਹਾਲ ਵਿੱਚ, ਇੰਟਰਨੈਸ਼ਨਲ ਮੀਟਿੰਗ ਹਾਲ 'ਚ ਪ੍ਰੈਸ ਕਾਨਫਰੰਸਿਸ ਉਹ ਲੀਡਰ ਸਾਹਿਬਾਨ ਦੇ ਫੋਰਨ ਸੈਕਟਰੀ ਜਾਂ ਇੱਕ ਦੋ ਹੈਡਸ ਨੇ ਆ ਕੇ ਕੀਤੀਆਂ, ਉਹ ਆ ਕੇ ਮਿਲਦੇ ਸੀਗੇ। ਅਦਰਵਾਈਜ਼ ਮੀਡੀਆ ਅੰਦਰ ਮੰਡਪਮ ਦੇ ਅੰਦਰ ਜਿਹੜਾ ਐਕਸੈਸ ਸੀਗਾ ਉਹ ਇੱਕ ਜਨਰਲ ਪੂਲ ਸੀ। ਜੋ ਵੀ ਵੀਡੀਓਜ਼ ਔਰ ਕੁਝ ਆਉਂਦੀਆਂ ਸੀ ਸਭ ਨਾਲ ਸ਼ੇਅਰ ਹੁੰਦੀਆਂ ਸੀਗੀਆਂ। ਇਸ ਕਰਕੇ ਡਾਇਰੈਕਟ ਇੰਟਰੈਕਸ਼ਨ ਨਹੀਂ ਸੀਗੀ, ਨਾ ਹੀ ਉਹਦੇ ਵਿੱਚ ਸਮਾਂ ਮਿਲਦਾ ਸੀ। ਸਮਾਂ ਕੁਦਰਤੀ 2 ਦਿਨ ਦਾ ਹੈ, ਵੀ 2 ਦਿਨ ਸੀ ਜੀ। ਇੱਕ ਇਹਦੀ ਚਰਚਾ ਹੋਈ ਕੈਨੇਡਾ ਦੀ ਬਹੁਤ, ਕੈਨੇਡਾ ਦੇ PM ਦੀ, ਜੋ ਪ੍ਰਾਈਮ ਮਿਨਿਸਟਰ ਸਾਡੇ ਨੇ ਕਿਹਾ, ਉਹ ਉਹਨਾਂ ਦੇ ਪ੍ਰਾਈਮ ਮਿਨਿਸਟਰ ਨੂੰ ਅਫੀਸ਼ੀਅਲੀ ਸਟੇਟਮੈਂਟ ਵੀ ਰਿਲੀਜ਼ ਹੋਈਆਂ, ਇਸ਼ੂ ਰੇਜ਼ ਕੀਤੇ, ਫਿਰ ਉਹਨਾਂ ਨੇ ਉਹਦਾ ਜਵਾਬ ਦਿੱਤਾ। ਤੇ ਉਹਦੇ 'ਚ 2-3 ਗੱਲਾਂ ਅੱਜ ਹੋਰ ਨੋਟ ਹੋਈਆਂ ਵੀ ਜਿਹੜੀ ਕੁਛ ਇਹੋ ਜਿਹੇ ਓਕੇਜ਼ਨ ਸੀ ਜਿਨ੍ਹਾਂ ਦੇ ਉਹਨਾਂ ਦੀ ਪ੍ਰੈਜ਼ੈਂਸ ਨਹੀਂ ਦਿਸੀ। ਉਹ ਜਿਹੜੀ ਫਿਊਲ ਡੈਕਲੇਰੇਸ਼ਨ ਸੀ ਉਹ 'ਚ ਵੀ ਨਹੀਂ, ਹੋਰ ਵੀ ਇੱਕ ਦੋ ਥਾਵਾਂ ਤੇ ਸੀ। ਇਹ ਵੀ ਚਰਚਾ ਦਾ ਵਿਸ਼ਾ ਬਣੀ ਹੈ। ਈਵਨ ਉੱਥੇ ਕ੍ਰਿਟਿਸਿਜ਼ਮ ਵੀ ਹੋਇਆ ਕੈਨੇਡਾ 'ਚ ਉਹਨਾਂ ਦਾ ਕਾਫੀ। ਤੇ ਪਤਾ ਨਹੀਂ ਇਹ ਸਬੱਬ ਕਿਵੇਂ ਜੁੜ ਗਿਆ ਵੀ ਉਹਨਾਂ ਦਾ ਜਹਾਜ਼ ਹੀ ਜਿਹੜਾ ਸਟਾਕਅਪ ਹੋ ਗਏ, ਇਹ ਵੀ ਨਾਲ ਹੁਣ ਇਸ਼ੂ ਜੁੜ ਗਿਆ। ਤੇ ਉਹ ਉੱਥੇ ਵੀ ਕਾਫੀ ਹੋ ਹੱਲਾ ਹੋ ਰਿਹਾ ਕੈਨੇਡਾ ਦੇ ਵਿੱਚ ਵੀ। ਤੇ ਉਹ ਤੁਸੀਂ ਕਿਵੇਂ ਲੈਣੇ ਹੋ ਉਸ ਇਸ਼ੂ ਨੂੰ? ਬਲਜੀਤ ਜੀ, ਅਗਰ ਤੇ ਤੁਸੀਂ ਹੈਡ ਟੂ ਹੈਡ ਵੇਖੋ, ਮਿਨਿਸਟਰੀਜ਼ ਤੋਂ ਮਿਨਿਸਟਰੀਜ਼ ਦੇਖੋ, ਉਹਨਾਂ ਦੇ ਆਪਸ ਵਿੱਚ ਜਿਹੜੇ ਪ੍ਰੋਟੋਕੋਲਸ ਨੇ ਇੰਡੀਆ ਵੱਲੋਂ ਕੈਨੇਡਾ ਨੂੰ ਪੂਰੇ ਦਿੱਤੇ ਗਏ। ਆਪਸ ਵਿੱਚ ਉਹਨਾਂ ਦੇ ਰਿਲੇਸ਼ਨ ਔਰ ਟਾਕਿੰਗ ਰਿਲੇਸ਼ਨ ਔਰ ਅਦਰਵਾਈਜ਼ ਰਿਲੇਸ਼ਨ ਜਿਹੜੇ ਉਹ ਜ਼ਿਆਦਾ ਬਹੁਤ ਬਿਹਤਰ ਨੇ। ਮੀਡੀਆ ਵਿੱਚ ਅਲੱਗ-ਅਲੱਗ ਤਰੀਕੇ ਦੀ ਗੌਸਿਪਸ ਨੇ, ਪਰ ਅਦਰਵਾਈਜ਼ ਤਾਂ ਜਿਹੜੀ ਮੀਟਿੰਗ ਬੜੀ ਅੱਛੀ ਹੋਈ, ਮਿਲੇ ਬੜੇ ਅੱਛੇ, ਉਹ ਸਾਰਾ ਜਿਹੜਾ ਫਾਰਮਲ ਜੋ ਸੀ, ਫਾਰਮਲ ਜੋ ਕੁਝ ਹੋਣਾ ਸੀਗਾ ਉਹ ਸਭ ਕੁਝ ਵਧੀਆ ਹੋਇਆ। ਇੰਡੀਆ ਨੇ ਜਿਹੜੇ ਉੱਤੇ ਆਪਣੇ ਸਿਕਿਉਰਿਟੀ ਨਾਲ, ਅਸੀਂ ਇਹ ਸਵਾਲ ਕੀਤਾ ਸੀਗਾ ਫੋਰਨ ਸੈਕਟਰੀ ਉਹਨਾਂ ਨੂੰ ਵੀ, ਤੇ ਜਿਹੜੇ ਇੱਕ ਉਹਦੇ ਇਲਾਵਾ ਵੀ ਜਿਹੜੇ ਮਿਨਿਸਟਰੀ ਦੇ ਬੰਦਿਆਂ ਨਾਲ ਵੀ ਗੱਲ ਕੀਤੀ ਸੀਗੀ। ਤੇ ਇਹ ਉਹ ਡਿਪਲੋਮੈਟਿਕ ਲੈਂਗੁਏਜ ਵਿੱਚ ਇਹੀ ਕਨਵੇ ਹੁੰਦਾ ਹੈ ਕਿ ਜਿਹੜੇ ਇੰਡੀਆ ਨੇ ਸਿਕਿਉਰਿਟੀ ਨਾਲ ਰਿਲੇਟਡ
ਜੋ ਵੀ ਇਸ਼ੂ ਆਉਂਦੇ ਨੇ ਉਹਨਾਂ ਨੇ ਹਰ ਕੰਟਰੀ ਨਾਲ ਗੱਲ ਕੀਤੀ। ਠੀਕ ਹੈ। ਹੁਣ ਉਹਦੇ ਵਿੱਚ ਸਪੈਸੀਫਿਕ ਕੈਨੇਡਾ ਦਾ ਨਾਮ ਨਹੀਂ ਲਿੱਤਾ ਗਿਆ, ਲੇਕਿਨ ਅੱਛਾ ਅੱਛਾ ਅੱਛਾ। ਉਹ ਹਰ ਪੱਤਰਕਾਰ ਦੀ, ਹਰ ਅਦਾਰੇ ਦਾ ਆਪਣੇ ਤਰੀਕੇ ਦੀ ਇੰਟਰਪ੍ਰੀਟੇਸ਼ਨ ਹੈਗੀ ਹੈ ਹੂੰ ਵੀ ਕਿਹਦੇ ਨਾਲ ਕੀ ਗੱਲ ਕੀਤੀ ਗਈ। ਉਹਨਾਂ ਨੇ ਕਿਹਾ ਕਿ ਹਰ ਸਿਕਿਉਰਿਟੀ ਇੰਡੀਆ ਨਾਲ ਰਿਲੇਟਡ ਐਂਟੀ ਇੰਡੀਆ ਕੋਈ ਐਲੀਮੈਂਟਸ ਨੇ ਜਾਂ ਕੋਈ ਸਿਕਿਉਰਿਟੀ ਉਹਦੀ ਗੱਲ, ਉਹਦੇ ਕੁਐਸਚਨ ਰੇਜ਼ ਹੋਏ। ਉਹ ਹੁਣ ਉਹਦੇ ਵਿੱਚ ਕੈਨੇਡਾ ਇਹ ਕਹਿੰਦਾ ਹੈ ਕਿ ਵੀ ਅਸੀਂ ਆਪਣੇ ਇੱਥੇ ਬੋਲਣ ਦੀ ਆਜ਼ਾਦੀ ਦਿੰਦੇ ਹਾਂ, ਹੂੰ ਫਰੀडम ਆਫ ਸਪੀਚ ਉੱਥੇ ਹੈਗੀ ਹੈ। ਉਹਦੇ ਇਲਾਵਾ ਉਹ ਕਹਿੰਦੇ ਕਿ ਕੁਝ ਹਾਂ ਕਿ ਅਗਰ ਕੋਈ ਵਾਇਲੈਂਸ ਕਰਦਾ ਤੇ ਅਸੀਂ ਉਹ ਇਜਾਜ਼ਤ ਨਹੀਂ ਉਹ ਦੇਵਾਂਗੇ। ਨਹੀਂ ਉਹ ਅਸੀਂ ਸਪੋਰਟ ਤੁਹਾਨੂੰ ਕਰਦੇ। ਯਾਦ ਹੈ ਇੰਗਲੈਂਡ ਦੇ ਵੀ ਪ੍ਰਾਈਮ ਮਿਨਿਸਟਰ ਨੇ ਇੱਥੇ ਗੱਲ ਕਹੀ ਤੇ ਜ਼ਰੂਰ ਹੈ, ਲੇਕਿਨ ਗੱਲ ਇਹ ਹੈ ਕਿ ਉਹ ਇਸ ਨੂੰ ਵਾਇਲੈਂਸ ਨਹੀਂ ਕਹਿੰਦੇ, ਜਾਂ ਉਹਨਾਂ ਨੇ ਉੱਤੇ ਕੋਈ ਕਾਰਵਾਈ ਨਹੀਂ ਵਿਖਾਈ ਕਿ ਅਗਰ ਇੰਗਲੈਂਡ ਦੇ ਹਾਈ ਕਮਿਸ਼ਨ ਦੇ ਜਾ ਕੇ ਅਗਰ ਕੋਈ ਕਿਸੇ ਤਰੀਕੇ ਦੀ ਪ੍ਰੋਟੈਸਟ ਹੋ ਰਹੇ ਨੇ ਤੇ ਵੱਖਰੀ ਗੱਲ ਹੈ, ਪਰ ਅਗਰ ਉਹ ਹਿੱਟ ਕੀਤਾ ਜਾ ਰਿਹਾ ਤੇ ਉਹ ਇੱਕ ਵਾਇਲੈਂਸ ਹੈ। ਉਹ ਵਾਇਲੈਂਸ ਦੇ ਉੱਤੇ ਉਹਨਾਂ ਨੇ ਕੀ ਕਾਰਵਾਈ ਕੀਤੀ ਉਹਦੇ ਬਾਰੇ ਉਹਨਾਂ ਨੇ ਨਹੀਂ ਦੱਸਿਆ। ਇੰਨਾ ਜ਼ਰੂਰ ਕਿਹਾ ਕਿ ਵਾਇਲੈਂਸ ਦੇ ਖਿਲਾਫ ਨੇ। ਵਾਇਲੈਂਸ ਦੇ ਖਿਲਾਫ ਸਾਰੀ ਦੁਨੀਆ ਹੋ ਸਕਦੀ ਹੈ, ਸਾਰੇ ਮੁਲਕ ਆਪਣੇ ਆਪਣੇ ਤਰੀਕੇ ਬਿਆਨ ਦਿੰਦੇ ਨੇ। ਉਹ ਸਾਰੇ ਰੇਜ਼ ਹੋਏ। ਟਰੂਡੋ ਪ੍ਰਾਈਮ ਮਿਨਿਸਟਰ ਟਰੂਡੋ ਦਾ ਪਤਾ ਨਹੀਂ ਕੀ ਕਹਿ ਸਕਦੇ ਹਾਂ, ਲੱਕ ਕਹੀਏ ਕਿ ਬੈਡ ਲੱਕ ਕਹੀਏ, ਉਹਨਾਂ ਨੂੰ ਇੰਡੀਆ 'ਚ ਰੁਕਣਾ ਪਿਆ। ਰੁਕਣਾ ਕਿ ਅਗਰ ਤੇ ਉਹ ਬੜੇ ਸੁਖੇਵੇਂ ਰਿਲੇਸ਼ਨ ਹੋਣ, ਮੀਡੀਆ ਗੈਲਰੀ ਕੀ ਕਹਿ ਰਹੀ ਹੈ, ਸਭ ਕੁਝ ਉਹਨਾਂ ਦੇ ਆਲੇ ਦੁਆਲੇ ਘੁੰਮਦਾ ਹੋਵੇ, ਫਿਰ ਤੇ ਉਹ ਕਹਾਂਗੇ ਕਿ ਇੱਕ ਦਿਨ ਹੋਰ ਰੁਕੇ, ਬੜੀ ਵਧੀਆ ਗੱਲ ਹੈ। ਵਾਹ ਅਗਰ ਵਧੀਆ। ਰੁਕਣਾ ਪੈ ਗਿਆ ਉਹ ਥੋੜਾ ਜਿਹਾ ਔਖਾ ਜਿਹਾ ਲੱਗਦਾ, ਤੇ ਹਰ ਬੰਦੇ ਦੀ ਆਪਣੀ ਆਪਣੀ ਇੰਟਰਪ੍ਰੀਟੇਸ਼ਨ ਹੈ। ਪਰ ਬਲਜੀਤ ਜੀ ਤੁਹਾਨੂੰ ਯਾਦ ਹੋਵੇ ਕਿ ਜਦੋਂ ਜਸਟਿਨ ਟਰੂਡੋ ਆਪਣੇ ਪਰਿਵਾਰ ਦੇ ਨਾਲ ਅੰਮ੍ਰਿਤਸਰ ਆਏ ਸੀਗੇ, ਮੈਂ ਆਪਣੇ ਲਾਈਫ ਟਾਈਮ ਦੇ ਜਰਨਲਿਜ਼ਮ ਦੇ ਕੈਰੀਅਰ ਵਿੱਚ, ਕਿਉਂਕਿ ਮੈਂ ਅੰਮ੍ਰਿਤਸਰ ਕਵਰ ਕਰਦਾ, ਤੇ ਹਰਮੰਦਰ ਸਾਹਿਬ ਜਾਣ ਵਾਲੇ ਵੱਡੇ ਤੋਂ ਵੱਡੇ ਡਿਗਨਿਟਰੀਜ਼ ਵੀ ਦੇਖੇ ਆ ਮੈਂ, ਲੇਕਿਨ ਟਰੂਡੋ ਦਾ ਜਿੰਨਾ ਸਵਾਗਤ ਹੋਇਆ ਸੀ ਦਿਲੋਂ ਸਵਾਗਤ ਪਬਲਿਕ ਵੱਲੋਂ ਵੀ, ਔਰ ਉਹਨਾਂ ਨੂੰ ਕੋਈ ਮਤਲਬ ਜਿਸ ਤਰੀਕੇ ਅਨਪ੍ਰੈਸੀਡੈਂਟ ਵੇ ਨਾਲ ਦਿੱਤਾ ਗਿਆ, ਨਾ ਸਿਰਫ ਸਰਕਾਰੀ ਔਰ ਐਸਜੀਪੀਸੀ ਵੱਲੋਂ, ਲੋਕਾਂ ਵੱਲੋਂ ਵੀ, ਉਹ ਜਿਹੇ ਰਿਲੇਸ਼ਨ ਮੈਂ ਅੱਜ ਤੱਕ ਨਹੀਂ ਦੇਖੇ। ਉਹ ਜਿਹਾ ਸਨਮਾਨ ਬਹੁਤ ਬਿਲਕੁਲ। ਥੋੜੀ ਕਦੀ ਨਹੀਂ ਮੈਨੂੰ ਨਾ ਦੇਖਿਆ ਸੀਗਾ। ਉਹ ਡੀਸੀ ਸੀਗੇ ਉਸ ਵੇਲੇ, ਮਿਸਿਸ ਸੰਘਾ ਸੀਗੇ ਨਾ ਡੀਸੀ, ਉਹ ਉਹਨਾਂ ਨੇ ਮੈਨੂੰ ਬੜੀਆਂ ਗੱਲਾਂ ਸੁਣਾਈਆਂ ਉਹਦੀਆਂ। ਉਹ ਕਹਿੰਦੇ ਪਤਾ ਨਹੀਂ ਕਿੰਨੀਆਂ 2-2.5 ਲੱਖ ਤਾਂ ਫੋਟੋਆਂ ਹੀ ਘਰਾਂ 'ਚ ਚਲੀਆਂ ਗਈਆਂ ਉਹਦੀਆਂ, ਜਿਹੜੀਆਂ ਉਹਨਾਂ ਨੇ ਖਿਚਾਈਆਂ ਲੋਕਾਂ ਨੇ। ਬਿਲਕੁਲ ਬਿਲਕੁਲ ਐਵੇਂ ਸੀਗਾ। ਸੋ ਇਸ ਕਰਕੇ ਨਾ ਇਹ ਆਪਣੀ ਆਪਣੀ ਪਰਸੈਪਸ਼ਨ ਹਰ ਤਰੀਕੇ ਦੀ। ਹੁਣ ਜਿਨ੍ਹਾਂ ਨੇ ਕੈਨੇਡਾ ਜਾਣਾ ਉਹ ਤੇ ਕਹਿੰਦੇ ਜੀ ਟਰੂਡੋ ਵਰਗਾ ਬੰਦਾ ਕੋਈ ਨਹੀਂ ਹੈ। ਨਹੀਂ, ਜਿਨ੍ਹਾਂ ਨਹੀਂ ਵੀ ਜਾਣਾ, ਪਤਾ ਕੀ ਹੈ, ਜਿਨ੍ਹਾਂ ਨਹੀਂ ਵੀ ਜਾਣਾ, ਹਰ ਤੀਜੇ ਘਰ ਦਾ ਜਿਹੜਾ ਕੋਈ ਨਾ ਕੋਈ ਮੈਂਬਰ ਸਾਡਾ ਕੈਨੇਡਾ 'ਚ ਹੈਗਾ, ਉਹ ਕਿਸੇ ਨਾ ਅੰਗਲਿਸ਼ ਰਾਈਟ। ਲੇਕਿਨ ਉਹਨਾਂ ਨੂੰ ਕੈਨੇਡਾ ਨੂੰ ਦਿਖਾਣਾ ਪਏਗਾ ਕਿ ਉਹ ਅਗਰ ਇੰਡੀਆ ਦੇ ਨਾਲ ਰਿਲੇਸ਼ਨਸ ਔਰ ਸਭ ਕੁਝ ਠੀਕ ਰੱਖਦੇ ਨੇ, ਤੇ ਐਟਲੀਸਟ ਅਗਰ ਕੋਈ ਐਂਟੀ ਇੰਡੀਆ ਐਕਟੀਵਿਟੀਜ਼ ਹੁੰਦੀਆਂ ਸਪੀਚਿਸ ਦੇ ਉੱਤੇ, ਤੇ ਹਰ ਕਿਸੇ ਨੂੰ ਬੋਲਣ ਦਾ ਇੰਤਜ਼ਾਰ ਹੈਗਾ, ਇਖਤਿਆਰ ਹੈਗਾ, ਔਰ ਇਜਾਜ਼ਤ ਵੀ ਹੋਣੀ ਚਾਹੀਦੀ ਹੈ। ਪਰ ਅਗਰ ਐਂਟੀ ਇੰਡੀਆ ਐਕਟੀਵਿਟੀਜ਼ ਕਿੱਥੇ ਵੀ, ਜਾਂ ਕੋਈ ਵੀ ਅਗਰ ਐਂਟੀ ਕੈਨੇਡਾ ਇੰਡੀਆ 'ਚ ਐਕਟੀਵਿਟੀ ਵੀ ਹੁੰਦੀ ਹੈ, ਤੇ ਉਹਦੇ ਤੇ ਜ਼ਰੂਰ ਇੱਕ ਅੰਕੁਸ਼ ਲਗਾਉਣਾ ਜ਼ਰੂਰੀ ਹੈ। ਚਲੋ ਬਹੁਤ ਅੱਛਾ ਜੀ। ਬੜੀਆਂ ਕੰਮ ਦੀਆਂ ਗੱਲਾਂ ਕਹਿ ਲਓ ਤੁਸੀਂ, ਕਿਉਂਕਿ ਫਸਟ ਹੈਂਡ ਇਨਫੋਰਮੇਸ਼ਨ ਸੀ ਤੁਹਾਡੀ, ਇੱਕ ਤਾਂ ਪਹਿਲਾਂ ਮੌਜੂਦ ਸੀਗੇ ਉੱਥੇ, ਬਾਕੀ ਤੁਸੀਂ ਤਜਰਬਾ, ਤੇ ਉਮੀਦ ਹੈ ਕਿ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਕਾਫੀ ਜਾਣਕਾਰੀ ਮਿਲੀ ਹੋਏਗੀ। ਤੇ ਅਸੀਂ ਇਸੇ ਤਰ੍ਹਾਂ ਹੀ ਜਿਹੜੇ ਹੋਰ ਸੰਬੰਧਿਤ ਲੋਕ ਹੈਗੇ, ਸੰਬੰਧਿਤ ਸੱਜਣ ਹੈਗੇ, ਉਹਨਾਂ ਨਾਲ ਵੀ ਚਰਚਾ ਕਰਦੇ ਰਹਾਂਗੇ ਇਸ ਤੇ। ਬਹੁਤ ਮਿਹਰਬਾਨੀ, ਸ਼ੁਕਰੀਆ ਰੋਬਨ ਜੀ, ਬਹੁਤ ਮਿਹਰਬਾਨੀ। ਮਿਹਰਬਾਨੀ ਬਲਜੀਤ ਜੀ, ਥੈਂਕ ਯੂ ਸੋ ਮਚ।